ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਸਾਡੇ ਵਾਰਤਕ ਵਾਲੇ ਆਪਸ਼ਨ ਦੇ ਵਿੱਚ ਆ, ਵਾਰਤਕ ਵਾਲਾ ਜਿਹੜਾ ਆਧੁਨਿਕ ਪੰਜਾਬੀ ਵਾਲਾ, ਉਹਦੇ ਵਿੱਚ ਆਪਾਂ ਗੱਲ ਕਰਾਂਗੇ। ਆਧੁਨਿਕ ਪੰਜਾਬੀ ਵਾਰਤਕ ਦੇ ਵਿੱਚ ਆਪਾਂ ਨਿਬੰਧ ਪੜ੍ਹਨੇ ਆ, ਸਫ਼ਰਨਾਮੇ ਵੀ ਪੜ੍ਹਨੇ ਆ, ਅਤੇ ਜੇ ਕੋਈ ਜੀਵਨੀ ਸਵੈ ਜੀਵਨੀ ਦੇ ਰੱਖੀ ਆ ਉਹ ਵੀ ਪੜ੍ਹਨੀ ਆ। ਸਿਲੇਬਸ ਦੇ ਵਿੱਚ ਕੁਝ ਟੌਪਿਕ ਤਾਂ ਐਵੇਂ ਦੇ ਆ ਵੀ ਜਿਹੜੇ ਫਸਟ ਅਤੇ ਸੈਕਿੰਡ ਦੋਨਾਂ ਗ੍ਰੇਡ ਦੇ ਵਿੱਚ ਹੀ ਦਿੱਤੇ ਹੋਏ ਆ, ਕੁਝ ਫਸਟ ਗ੍ਰੇਡ 'ਚ ਵੀ ਆ, ਕੁਝ ਇਕੱਲੇ ਸੈਕਿੰਡ ਗ੍ਰੇਡ 'ਚ ਆ। ਇਸ ਕਰਕੇ ਉਸੇ ਹਿਸਾਬ ਨਾਲ ਦੇਖੋ, ਮੈਂ ਜਿਵੇਂ ਸਭ ਤੋਂ ਪਹਿਲਾਂ ਆਪਾਂ ਪੜ੍ਹਨਾ ਸ਼ਰਧਾ ਰਾਮ ਫਿਲੌਰੀ, ਫਸਟ ਅਤੇ ਸੈਕਿੰਡ ਦੋਨਾਂ ਦੇ ਵਿੱਚ ਹੀ ਆ। ਮੈਂ ਨੋਟਸਾਂ ਦੇ ਵਿੱਚ ਨਾਲ ਹੀ ਲਿਖਤਾ, ਤੁਸੀਂ ਦੇਖ ਸਕਦੇ ਹੋ, ਚੈੱਕ ਜ਼ਰੂਰ ਕਰਦੇ ਰਿਹਾ ਕਰੋ। ਆਪਣਾ ਜਿਹੜਾ ਤੁਹਾਡਾ ਸਿਲੇਬਸ ਆ ਉਹਨੂੰ ਨਾਲ ਜ਼ਰੂਰ ਰੱਖਿਆ ਕਰੋ। ਪ੍ਰਿੰਸੀਪਲ ਤੇਜਾ ਸਿੰਘ ਫਸਟ ਅਤੇ ਸੈਕਿੰਡ ਦੋਨਾਂ 'ਚ ਹੀ ਪੜ੍ਹਨਾ। ਸਭ ਤੋਂ ਪਹਿਲਾਂ ਆਪਾਂ ਨਿਬੰਧ ਪੜ੍ਹਾਂਗੇ, ਇਹਨਾਂ ਬਾਰੇ ਨਿਬੰਧਾਂ ਬਾਰੇ ਗੱਲ ਕਰਾਂਗੇ। ਪ੍ਰੋਫੈਸਰ ਪੂਰਨ ਸਿੰਘ ਸਿਰਫ ਸੈਕਿੰਡ ਗ੍ਰੇਡ 'ਚ ਪੜ੍ਹਨਾ। ਦਵਿੰਦਰ ਸਤਿਆਰਥੀ ਸਿਰਫ ਫਸਟ ਗ੍ਰੇਡ ਦੇ ਵਿੱਚ ਪੜ੍ਹਨਾ। ਮਹਿੰਦਰ ਸਿੰਘ ਰੰਧਾਵਾ ਕੇਵਲ ਫਸਟ ਗ੍ਰੇਡ ਦੇ ਵਿੱਚ ਪੜ੍ਹਨਾ ਹੈ ਤੁਸੀਂ। ਗਿਆਨੀ ਗੁਰਦਿੱਤ ਸਿੰਘ ਫਸਟ ਅਤੇ ਸੈਕਿੰਡ ਦੋਨਾਂ ਦੇ ਵਿੱਚ ਹੀ ਪੜ੍ਹਨਾ। ਪ੍ਰੋਫੈਸਰ ਸਾਹਿਬ ਸਿੰਘ ਕੇਵਲ ਸੈਕਿੰਡ ਗ੍ਰੇਡ ਦੇ ਵਿੱਚ ਹੈ। ਮਨਜਾਰਾ ਬੇਦੀ ਫਸਟ ਅਤੇ ਸੈਕਿੰਡ ਦੋਨਾਂ ਦੇ ਵਿੱਚ ਹੀ ਪੜ੍ਹਨਾ ਤੁਸੀਂ। ਪ੍ਰਿੰਸੀਪਲ ਸਰਵਣ ਸਿੰਘ ਫਸਟ ਅਤੇ ਸੈਕਿੰਡ ਦੋਨਾਂ ਗ੍ਰੇਡ ਦੇ ਵਿੱਚ ਹੀ ਪੜ੍ਹਨਾ ਹੈ। ਲਓ ਜੀ, ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਧੁਨਿਕ ਪੰਜਾਬੀ ਵਾਰਤਕ ਦੀ। ਆਧੁਨਿਕ ਪੰਜਾਬੀ ਵਾਰਤਕ ਦੇ ਵਿੱਚ ਆਪਾਂ ਪੜ੍ਹਨੇ ਆ ਨਿਬੰਧ, ਸਫ਼ਰਨਾਮਾ ਅਤੇ ਸਵੈ ਜੀਵਨੀ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਨਿਬੰਧ। ਆ ਜਾਓ ਫਿਰ ਨਿਬੰਧ ਬਾਰੇ ਗੱਲ ਕਰਦੇ ਹਾਂ। ਹਾਂਜੀ, ਮਨੁੱਖ ਦੀ ਬੁੱਧੀ ਦਾ ਪ੍ਰਗਟਾ ਹੈ ਨਿਬੰਧ। ਵਾਰਤਕ ਕਿਹਨੂੰ ਕਹਿੰਦੇ ਆ? ਸਭ ਤੋਂ ਪਹਿਲਾਂ ਵਾਰਤਕ ਕੇ ਕਵਿਤਾ ਦੋਨਾਂ ਦੇ ਵਿੱਚ ਅੰਤਰ ਆਪਾਂ ਪੈਡਾਗੋਜੀ ਦੇ ਵਿੱਚ ਪੜ੍ਹਾਂਗੇ। ਉਦੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਗਦ ਅਤੇ ਪਦ ਦੇ ਵਿੱਚ ਕੀ ਅੰਤਰ ਹੈ, ਕੀ ਫਰਕ ਹੈ। ਹੁਣ ਇੱਥੇ ਕੀ ਹੈ? ਮਨੁੱਖ ਦੀ ਬੁੱਧੀ ਦਾ ਪ੍ਰਗਟਾ ਹੈ ਵਾਰਤਕ। ਹੁਣ ਇਸੇ ਨੂੰ ਉਲਟਾ ਕਰ ਲਓ, ਜੇ ਤੁਸੀਂ ਕਵਿਤਾ ਬਾਰੇ ਜਾਣਨਾ ਤਾਂ ਵੀ ਕਵਿਤਾ ਮਨੁੱਖ ਦੇ ਭਾਵਾਂ ਦਾ ਪ੍ਰਗਟਾ ਹੈ, ਮਨੁੱਖ ਦੇ ਭਾਵਾਂ ਦਾ ਪ੍ਰਗਟਾ ਹੈ, ਅਤੇ ਮਨੁੱਖ ਦੀ ਬੁੱਧੀ ਦਾ ਪ੍ਰਗਟਾ ਵਾਰਤਕ ਹੈ, ਜਿਹਨੂੰ ਆਪਾਂ ਗਦ ਕਹਿ ਦਿੰਦੇ ਹਾਂ। ਪਹਿਲਾਂ ਕਵਿਤਾ ਜਨਮ ਲੈਂਦੀ ਹੈ, ਵਾਰਤਕ ਬਾਅਦ ਵਿੱਚ। ਇਹ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ, ਕਾਮਨ ਗੱਲਾਂ ਹੈ। ਸਹੀ ਜਾਂ ਗਲਤ ਵਾਲੇ ਆਪਸ਼ਨ ਦੇ ਵਿੱਚ ਪੁੱਛ ਸਕਦਾ ਵੀ ਇਹ ਕਥਨ ਸਹੀ ਹੈ ਜਾਂ ਗਲਤ ਹੈ। ਇਸ ਤਰ੍ਹਾਂ ਦੇ ਪ੍ਰਸ਼ਨ ਬਣਾ ਕੇ ਪੁੱਛ ਸਕਦਾ ਹੈ। ਇਹ ਤੁਸੀਂ ਯਾਦ ਰੱਖਣੇ ਆ। ਬੁੱਧੀ ਤੱਤ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ ਵਾਰਤਕ ਦੇ ਵਿੱਚ, ਪਰ ਕਵਿਤਾ ਵਾਲਾ ਜਿਹੜਾ ਪੋਰਸ਼ਨ ਹੁੰਦਾ ਉਹਦੇ ਵਿੱਚ ਭਾਵ ਤੱਤ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ, ਦੋਨਾਂ ਦੇ ਵਿੱਚ ਹੀ। ਹਾਂਜੀ, ਕਵਿਤਾ ਵਿੱਚ ਬੌਧਿਕ ਤੱਤ ਭਾਵੁਕ ਤੱਤ ਦੇ ਅਧੀਨ ਵਿਚਰਦਾ ਹੈ, ਜਦਕਿ ਵਾਰਤਕ ਵਿੱਚ ਇਸ ਦੇ ਉਲਟਾ ਹੁੰਦਾ ਹੈ। ਕਵਿਤਾ ਦੇ ਵਿੱਚ ਕੀ ਹੁੰਦਾ ਹੈ? ਭਾਵ ਜਿਹੜਾ ਤੱਤ ਹੁੰਦਾ ਹੈ, ਭਾਵਕ ਤੱਤ ਜਿਹੜਾ ਹੁੰਦਾ ਹੈ, ਉਹ ਅੱਗੇ ਰਹਿੰਦਾ, ਮੋਹਰੀ ਰਹਿੰਦਾ, ਆਗੂ ਬਣ ਕੇ ਰਹਿੰਦਾ। ਅਤੇ ਜਿਹੜਾ ਬੁੱਧੀ ਵਾਲਾ ਤੱਤ ਹੈ ਉਸ ਨੂੰ ਫੋਲੋ ਕਰਦਾ। ਦਿਮਾਗ ਤੋਂ ਬਿਨਾਂ ਕਵਿਤਾ ਨਹੀਂ ਲਿਖੀ ਜਾ ਸਕਦੀ। ਇਹ ਗੱਲ ਠੀਕ ਆ ਵੀ ਕਵਿਤਾ ਭਾਵਾਂ ਦੀ ਤਰਜਮਾਨੀ ਕਰਦੀ ਹੈ, ਕਵਿਤਾ ਭਾਵਾਂ ਦਾ ਪ੍ਰਗਟਾ ਕਰਦੀ ਹੈ, ਗੱਲ ਸਹੀ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਦਿਮਾਗ ਦੀ ਬਿਲਕੁਲ ਵਰਤੋਂ ਨਹੀਂ ਹੁੰਦੀ। ਇਹ ਗੱਲ ਬਿਲਕੁਲ ਗਲਤ ਹੈ, ਇਸ ਤਰ੍ਹਾਂ ਨਹੀਂ ਸੋਚਣਾ। ਪਰ ਧਿਆਨ ਨਾਲ, ਇੱਥੇ ਧਿਆਨ ਨਾਲ ਪੜ੍ਹੋ ਤੁਸੀਂ ਇਸ ਗੱਲ ਨੂੰ ਕੀ ਲਿਖਿਆ ਹੋਇਆ ਵੀ ਬੌਧਿਕ ਤੱਤ ਹੈ ਜਿਹੜਾ ਕਵਿਤਾ ਦੇ ਵਿੱਚ, ਉਹ ਭਾਵੁਕ ਤੱਤ ਦੇ ਅਧੀਨ ਹੁੰਦਾ ਹੈ। ਮਤਲਬ ਭਾਵੁਕ ਤੱਤ ਪਹਿਲਾਂ ਹੁੰਦਾ, ਬੌਧਿਕ ਤੱਤ ਬਾਅਦ ਵਿੱਚ ਹੁੰਦਾ। ਪਰ ਵਾਰਤਕ ਵਿੱਚ ਬੌਧਿਕ ਤੱਤ ਪਹਿਲਾਂ ਹੁੰਦਾ, ਭਾਵੁਕ ਤੱਤ ਬਾਅਦ ਵਿੱਚ ਹੁੰਦਾ। ਵਾਰਤਕ ਵਿੱਚ ਇਸ ਦੇ ਉਲਟਾ ਹੁੰਦਾ। ਵਾਰਤਕ ਵਿੱਚ ਲੇਖਕ ਨੂੰ ਕਿਹੜੀਆਂ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ? ਵਿਆਕਰਣ, ਵਾਕ ਰਚਨਾ, ਸ਼ਬਦ ਜੋੜ, ਸ਼ਬਦ ਜੜਤ, ਸ਼ਬਦਾਵਲੀ ਬਾਰੇ ਭਰਪੂਰ ਗਿਆਨ ਹੋਣਾ ਚਾਹੀਦਾ। ਜਿਹੜਾ ਕੋਈ ਮੰਨ ਲਓ ਨਿਬੰਧ ਲਿਖਦਾ, ਕੋਈ ਸਫ਼ਰਨਾਮਾ ਲਿਖਦਾ, ਕੋਈ ਜੀਵਨੀ ਸਵੈ ਜੀਵਨੀ ਲਿਖਦਾ, ਕੋਈ ਰੇਖਾ ਚਿੱਤਰ ਲਿਖਦਾ, ਉਹਦੇ ਵਾਸਤੇ ਉਹਨੂੰ ਕੀ ਕਰਨਾ ਪਊਗਾ? ਉਹਦੇ ਵਾਸਤੇ ਉਸ ਨੂੰ ਵਾਰਤਕ ਦੇ ਵਿੱਚ ਵਿਆਕਰਣ, ਵਾਕ ਰਚਨਾ, ਸ਼ਬਦ ਜੋੜ, ਸ਼ਬਦ ਜੜਤ, ਸ਼ਬਦਾਵਲੀ, ਇਹਨਾਂ ਬਾਰੇ ਗਿਆਨ ਹੋਣਾ, ਭਰਪੂਰ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਕਵਿਤਾ ਦੇ ਵਿੱਚ ਇਹਨਾਂ ਚੀਜ਼ਾਂ ਦਾ ਗਿਆਨ ਨਾ ਹੋਊਗਾ ਤਾਂ ਕੋਈ ਦਿੱਕਤ ਨਹੀਂ। ਮੰਨ ਲਓ ਕਵਿਤਾ ਲਿਖਣੀ ਹੈ ਤੁਸੀਂ, ਵਿਆਕਰਣ ਦਾ ਤੁਹਾਨੂੰ ਨਹੀਂ ਗਿਆਨ ਤਾਂ ਕੋਈ ਦਿੱਕਤ ਹੀ ਨਹੀਂ, ਵਿਆਕਰਣ ਦੀ ਲੋੜ ਵੀ ਨਹੀਂ ਉੱਥੇ, ਹੈ ਨਾ। ਵਾਰਤਕ ਦਾ ਖੇਤਰ ਵਿਸ਼ਾਲ ਹੈ। ਦੁਨੀਆ ਦੇ ਕਿਸੇ ਵੀ ਵਿਸ਼ੇ ਉੱਤੇ ਵਾਰਤਕ ਲਿਖਿਆ ਜਾ ਸਕਦਾ ਹੈ। ਕਿਸੇ ਵੀ ਕੋਈ ਵੀ ਵਿਸ਼ਾ ਚੱਕ ਲਓ ਤੁਸੀਂ, ਸਮਾਜਿਕ ਵਿਸ਼ਾ, ਰਾਜਨੀਤਿਕ, ਆਰਥਿਕ, ਭੌਤਿਕ, ਸਰੀਰਕ, ਕਿਸੇ ਵੀ ਵਿਸ਼ੇ ਨੂੰ ਲੈ ਕੇ ਤੁਸੀਂ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਕਿਸੇ ਪ੍ਰਾਣੀ 'ਤੇ, ਕਿਸੇ ਡੰਗਰ 'ਤੇ, ਕਿਸੇ ਪਸ਼ੂ 'ਤੇ, ਕਿਸੇ ਜੀਵ ਜੰਤੂ 'ਤੇ, ਕਿਸੇ ਫੁੱਲ 'ਤੇ, ਕਿਸੇ ਬੂਟੇ 'ਤੇ, ਕਿਸੇ ਪੌਦੇ 'ਤੇ, ਪ੍ਰਕਿਰਤੀ 'ਤੇ, ਕਿਸੇ ਵੀ ਚੀਜ਼ 'ਤੇ ਵਾਰਤਕ ਲਿਖ ਸਕਦੇ ਹੋ ਤੁਸੀਂ। ਦੁਨੀਆ ਭਰੀ ਪੜੀ ਹੈ, ਹਰ ਕਿੰਨੀ ਭਰੀ ਪਈ ਹੈ ਦੁਨੀਆ, ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਵਾਰਤਕ ਲਿਖ ਸਕਦੇ ਹੋ। ਮੋਬਾਈਲ 'ਤੇ ਵਾਰਤਕ ਲਿਖ ਸਕਦੇ ਹੋ ਤੁਸੀਂ। ਆਹ ਜਿਹੜਾ ਮੇਰੇ ਹੱਥ 'ਚ ਪੈਨ ਫੜਿਆ ਇਹਦੇ 'ਤੇ ਵਾਰਤਕ ਲਿਖ ਸਕਦੇ ਹੋ। ਆਹ ਜਿਹੜਾ ਬੋਰਡ ਹੈ ਇਹਦੇ 'ਤੇ ਵਾਰਤਕ ਲਿਖ ਸਕਦੇ ਹੋ, ਕੋਈ ਦਿੱਕਤ ਨਹੀਂ। ਹਾਂਜੀ, ਪੂੰਜੀਵਾਦੀ ਵਿਵਸਥਾ ਨੇ ਵਾਰਤਕ ਦੇ ਵਿਕਾਸ ਲਈ ਬਾਹਰਮੁਖੀ ਸਾਧਨ ਪੈਦਾ ਕੀਤਾ ਹੈ। ਵਾਰਤਕ ਦੇ ਵਾਸਤੇ ਬਾਹਰਮੁਖੀ ਸਾਧਨ ਕਿਹੜਾ ਰਿਹਾ? ਵਾਰਤਕ ਹੈ ਜਿਹੜੀ ਆਧੁਨਿਕ ਪੰਜਾਬੀ ਵਾਰਤਕ ਦੀ ਗੱਲ ਕਰ ਰਿਹਾ ਮੈਂ, ਆਧੁਨਿਕ ਪੰਜਾਬੀ ਗੱਦ ਦੀ ਗੱਲ ਕਰ ਰਿਹਾ। ਉਹਨੂੰ ਪੈਦਾ ਕਰਨ ਦੇ ਵਿੱਚ ਬਾਹਰਮੁਖੀ ਵਸਤੂ ਜਿਹੜੀ ਸੀ ਪੂੰਜੀਵਾਦੀ ਵਿਵਸਥਾ। ਜਿਹੜੀ ਅੰਗਰੇਜ਼ ਜਦੋਂ ਆਏ ਉਹਨਾਂ ਨੇ ਸਾਮੰਤਵਾਦੀ ਵਿਵਸਥਾ ਨੂੰ ਖਤਮ ਕੀਤਾ, ਪੂੰਜੀਵਾਦੀ ਵਿਵਸਥਾ ਨੂੰ ਲਾਗੂ ਕੀਤਾ।
ਪੂੰਜੀਵਾਦ ਅੰਗਰੇਜ਼ ਲੈ ਕੇ ਆਏ। ਪੂੰਜੀਵਾਦੀ ਵਿਵਸਥਾ ਇਸ ਤਰ੍ਹਾਂ ਦੀ ਸੀ ਕਿ ਉਸ ਨੇ ਮਨੁੱਖ ਦੀ ਜ਼ਿੰਦਗੀ ਹੈ ਜਿਹੜੀ ਉਸ ਦੇ ਵਿੱਚ ਇੱਕ ਅਜੀਬ ਨਵੀਆਂ ਸਮੱਸਿਆਵਾਂ, ਕਿਉਂਕਿ ਪੂੰਜੀਵਾਦੀ ਵਿਵਸਥਾ ਹੀ ਜਿਵੇਂ ਹੀ ਦੇਸ਼ ਦੇ ਵਿੱਚ ਮਤਲਬ ਪ੍ਰਭਾਵੀ ਹੁੰਦੀ ਹੈ ਤਾਂ ਉਦੋਂ ਕੀ ਹੁੰਦਾ, ਇੱਕ ਹੋਰ ਸ਼੍ਰੇਣੀ ਜਨਮ ਲੈਂਦੀ ਹੈ, ਮੱਧ ਸ਼੍ਰੇਣੀ। ਉਸ ਤੋਂ ਪਹਿਲਾਂ ਸਾਮੰਤਵਾਦ ਯੁੱਗ ਸੀ, ਦੋ ਹੀ ਸ਼੍ਰੇਣੀਆਂ ਸੀ, ਅਮੀਰ ਤੇ ਗਰੀਬ, ਵਿਚਾਲੜੀ ਕੋਈ ਸ਼੍ਰੇਣੀ ਨਹੀਂ ਸੀ। ਪਰ ਉਸ ਤੋਂ ਬਾਅਦ ਕੀ ਹੋਇਆ, ਪੂੰਜੀਵਾਦੀ ਵਿਵਸਥਾ ਜਦੋਂ ਆਈ ਤਾਂ ਉਦੋਂ ਕੀ ਹੋਇਆ, ਇੱਕ ਹੋਰ ਪੀੜ੍ਹੀ ਜਨਮ ਲੈਂਦੀ ਹੈ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਸਾਡੇ ਮੱਧ ਵਰਗ ਲੋਕ, ਮਿਡਲ ਕਲਾਸ ਮੱਧ ਵਰਗ ਲੋਕ ਜਿਹੜੇ ਪੈਦਾ ਹੁੰਦੇ ਆ ਉੱਥੋਂ। ਸੋ ਉਹ ਜਿਹੜੀ ਮਿਡਲ ਕਲਾਸ ਬੰਦੇ ਦੀ ਪਰੇਸ਼ਾਨੀ ਇੱਕ ਹੋਰ ਹੈ, ਅਲੱਗ ਪਰੇਸ਼ਾਨੀ ਹੈ। ਨਾ ਅਮੀਰਾਂ ਦੀ ਗਿਣਤੀ 'ਚ ਆ ਰਿਹਾ ਉਹ, ਨਾ ਗਰੀਬਾਂ ਦੀ ਗਿਣਤੀ 'ਚ ਆ ਰਿਹਾ। ਉਸ ਦੀਆਂ ਸਮੱਸਿਆਵਾਂ ਅਲੱਗ ਹੈ, ਉਹਦਾ ਮਨ ਦਾ ਵਿਸ਼ਲੇਸ਼ਣਵਾਦ ਅਲੱਗ ਹੈ। ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂੰਜੀਵਾਦੀ ਵਿਵਸਥਾ ਲਾਗੂ ਹੋਈ ਨਾ ਸਾਰੇ ਦੇ ਉੱਪਰ, ਤਾਂ ਉਸ ਚੀਜ਼ ਨੇ ਕਿਵੇਂ ਵਾਰਤਕ ਨੂੰ ਵੀ ਪ੍ਰਭਾਵਿਤ ਕੀਤਾ, ਇਹ ਗੱਲ ਮੈਂ ਕਹਿਣਾ ਚਾਹ ਰਿਹਾ। ਇੱਥੇ ਧਿਆਨ ਰੱਖਣਾ ਤੁਸੀਂ। ਡਾਕਟਰ ਮੋਹਨ ਸਿੰਘ ਦੀਵਾਨਾ ਨੇ ਇੱਕ ਗੱਲ ਕਹੀ ਹੈ, ਧਿਆਨ ਰੱਖਣੀ ਹੈ ਤੁਸੀਂ। ਪੰਜਾਬੀ ਵਾਰਤਕ ਦਾ ਜਨਮ 10ਵੀਂ 11ਵੀਂ ਸਦੀ ਦੇ ਵਿੱਚ ਹੋਇਆ ਸੀ। ਇਹ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਗੱਲ ਕਹੀ ਹੈ। ਠੀਕ ਹੈ ਜੀ, ਗੱਲ ਕਲੀਅਰ ਰੱਖਿਓ ਤੁਸੀਂ, ਚੇਤਾ ਰੱਖਿਓ, ਇੰਪੋਰਟੈਂਟ ਹੈ ਗੱਲ। ਵਿਦਵਾਨਾਂ ਦੀਆਂ ਜਿਹੜੀਆਂ ਵਿਚਾਰ ਨੇ ਉਹਨਾਂ ਨੂੰ ਤੁਸੀਂ ਯਾਦ ਰੱਖਣਾ ਬੇਟਾ ਜੀ। ਹਾਂ, ਇੰਪੋਰਟੈਂਟ ਹੈ। ਇੱਕ ਮਿੰਟ ਰੁਕੋ। ठीक रहेगा रंग हरा जा। हाँ जी बेटा, डॉक्टर दीवाना वाली गल तुसी चेते रखनी है। पंजाबी वार्तक का जन्म 10वीं 11वीं सदी दे विच होया, याद रखनी है ना। अगली गल, पंजाबी वार्तक का जन्म है जिहड़ा ओह कित्थों मन्निया जांदा है, विद्वानां ने कित्थों मन्निया, साडे लोकां ने, साडे विद्वानां ने कित्थों मन्निया, उन्होंने कित्थों मन्निया जी। पंजाबी वार्तक का जन्म 10वीं 11वीं सदी दे विच होया, ये तो ठीक है दीवाना ने कहा, पर साडे विद्वान मनदे आ भी गुरु नानक देव जी के नाल संबंधित 16वीं सदी दे विच जिहड़ियां जन्म साखियां लिखियां गईयां उन्हां तो पंजाबी वार्तक की शुरुआत होई मन्नी जाती है। आधुनिक पंजाबी वार्तक नहीं, आधुनिक पंजाबी वार्तक की शुरुआत तो आपां शरदा राम फलौरी तो ही मनते आए हैं। आधुनिक पंजाबी वार्तक जिहड़ा ओह प्रॉपर जिन्हों तरीके नाल, इस करके सब तो पहला शरदा राम फलौरी नूं ही पढ़िया जांदा। हालांकि वार्तक है जिहड़ा डॉक्टर भाई वीर सिंह ने भी लिखना शुरू कर दिता सीगा, पर मतलब एक सफल वार्तक है जिहड़ी चीज़ वो सब तो पहला शरदा राम फलौरी ने जिहड़ी करनी शुरू की इस वार्तक। लो फिर आप गल करते हैं सब तो पहला। हाँ जी, आप बेटा जी गल करिए 286। हाँ जी, पंजाबी वाली अपनी बुक दे विच देखिए वार्तक। हाँ जी, वार्तक का इतिहास दे रखे 251 नंबर पेज पे आ जाओ। कुछ गल्लां करते हैं, बहुत जरूरी है, इंपोर्टेंट गल्लां सारियां तुहानूं दसदा जाना। नाल नाल प्रश्न किवें बनणगे इस 12वीं वाली बुक दे विचों एक या दो प्रश्न तुहानूं जरूर मिलणगे, एक दो की वध भी मिल सकते हैं। 251 नंबर पेज ही सी। हाँ जी, पंजाबी नाटक आधुनिक पंजाबी वार्तक का इतिहास। वार्तक का रूप कहता भी दिन ब दिन अहम तो जटिल प्रकृति वाला होंदा जा रहा है। अहम दिनों दिन जटिल प्रकार की वार्तक लिखी जा रही है। हाँ, आधुनिक वार्तक का इतिहास है जिहड़ा उहदे विच एक तो निबंध आ गया, ललित निबंध ते खत निबंध, दोवां दी गल कीती। जीवनी, सफरनामा, रेखा चित्र, डायरी, संस्मरण, मुलाकात, पत्रकारी। संस्मरण यादां नूं कहा जाता है। कोई डायरी लिखनी किसी नाल, कोई मुलाकात हुई किसी विद्वान नाल, किसी आलोचक नाल, किसी कवि नाल, किसी वार्तककार नाल, उस नूं लिखना, ये है जिहड़े सारा। आ जाओ सब तो पहला निबंध की गल करते हैं। पंजाबी वार्तक का मुढ़ नानक काल विच ही बज चुका सी। गल क्लीयर हो गई ना भी 16वीं सदी तो पंजाबी वार्तक है जिहड़ी साडे सामने आ चुकी सी। पंजाबी वार्तक का मुढ़ तो नानक काल दे विच ही बज चुका सी। मतलब जे मैं सदी लिखा तो वह हैगी है जी 16वीं सदी। ध्यान रखना 16वीं सदी भी ध्यान रखना शब्द, तो गुरु नानक काल भी ध्यान विच रखना।
पर आधुनिक पंजाबी वार्तक है जिहड़ा ये सानू ਸਾਹਿਤ ਦੇ रूप में 19वीं सदी ਦੇ ਵਿੱਚ आधुनिक पंजाबी वार्तक है जिहड़ा जन्म ਹੁੰਦਾ ਉਹਦਾ। हाँ, अंग्रेजी हुकूमत ने की किया, प्रवेश नाल वार्तक खेतर में छापेखाने जदों प्रिंटिंग प्रैस लग गई, तुहानू पता उस चीज़ का प्रभाव बहुत पैंदा, लोगों तक पहुँच ज़्यादा हो जाती है ਸਾਹਿਤ की उदों। अनुवाद, व्याकरण, डिक्शनरियाँ, आज ईसाई मशीनरियाँ, सिंह सभावां ने वार्तक में बहुत रुचि दिखाई, क्योंकि ईसाई मशीनरी से जोड़े मशीनरी होंगे आ भी प्रचार करने वाले अपने धर्म का, उन्होंने ईसाई धर्म का प्रचार जो शुरू किया, वार्तक नूं अपनाया उन्होंने अपने, जिवें यीशु मसीह का कोई मान लो जीवनी वगैरह लै लो तुसीं, जा किसी अपने धर्म नूं लैके उन्होंने बहुत चंगियां चंगियां गल्लां लिखियां। तो साडे की होया फिर सिख धर्म दे विच पंजाब दे विच सिंह सभा वगैरह जां होर संस्थावां जिहड़ियां धार्मिक संस्थावां सी, उन्होंने उसके प्रतिक्रम प्रति उत्तर दे विच वार्तक लिखना शुरू कर दिता। शरदा राम फलौरी दीयां दो पुस्तकां, एक तां हैगी है सिखां दे राज दी विथया, एक पंजाबी बातचीत। आरंभ ले यतन हैं लिखिया होया सब तो पहला आप शरदा राम फलौरी नूं ही पढ़ना है, उस तो बाद अगला कौन, दोनों दियां पहला सब तो पहला पुस्तकां दे ध्यान रखियो। अगे मेरे नोट्सां दे विच सारी गल स्थिति क्लीयर है भी ये सिखां दे राज दी विथया ते पंजाबी बातचीत, ये पुस्तकां किहदे कहण ते लिखियां, अंग्रेज़ां ने किवें उस तो कम लिया शरदा राम फलौरी तो, अंग्रेज़ विद्वानां ने, सारी आपां गल उत्थे क्लीयर करांगे। ज्ञानी ज्ञान सिंह दी किहड़ियां किहड़ियां, सरकार खालसा, तवारीख गुरु खालसा, शमशेर खालसा, खालसा धर्म पतित पावन। बिहारी लाल पुरी ने विद्या रत्नाकर एक महत्वपूर्ण पुस्तक लिखी है, लिखियां तो बहुत है पर क्योंकि बिहारी लाल पुरी अपने को दे नहीं रखिया। ज्ञानी दित सिंह, इन्होंने बहुत मतलब एक जिमें मतलब सिख धर्म नूं लैके सिख धर्म दे विच आए कोई पखंड वगैरह जां कोई कुछ भी जिमें कोई गलत नीतियां जिहड़ियां अपना लईआं जांदियां उन्होंने लैके अपने बहुत सोहणे विचार रखे ज्ञानी दित सिंह ने। गुरु नानक प्रबोध, श्री गुरु अर्जन प्रबोध, दुर्गा प्रबोध, गुरमत आरती प्रबोध, नीति प्रकाश। भाई वीर सिंह जी ने वार्तक खेत्र में की कीता सीगा, सिख फलसफे नूं अपने मतलब सिख सिद्धांतां नूं पेश करना शुरू कर दिता सीगा। छोटे छोटे ट्रैक्ट दे विच गुरुआं दीआं जीवनियां दे बरतांत लिखने शुरू कीते सी भाई वीर सिंह जी ने। छोटा छोटा ट्रैक्ट बारे दस्सिया सी ना मैं कि मान लो कोई बहुत लंबी रचना होवे उसनूं छोटे रूप विच पहलां छापिया जांदा, थोड़ी जी रचना, फिर थल्ले लिख दिता जांदा चलदा टू बी कंटीन्यूड, फिर अगले ट्रैक्ट दे विच छपदी है वो चीज़। गुरु नानक चमत्कार, आ भाई वीर सिंह जी दियां किताबां दे नाम है सारे, वार्तक रचनावां। गुरु नानक चमत्कार, अष्टगुरु चमत्कार, कलगीधर चमत्कार। ट्रैक्टां दे विच टीकिਆਂ ਦੀ रचना, सिखां ਦੀ भगतमाला, पुरातन जन्म साखी, इन्हां दा संपादन कार्य भी तां कीता भाई वीर सिंह जी ने। ध्यान रखियो सिखां ਦੀ भगतमाला ते एक की है पुरातन जन्म साखी, इन्हां दा संपादन दा काम भाई वीर सिंह जी ने कीता। इन्हां दी एडिटिंग वाला काम, एडिटर ये कौन सी भाई वीर सिंह जी सी 19वीं सदी दे विच। ध्यान रखना बेटा जी गल तुसीं ये। मोहन सिंह वैद वार्तक खेत्र विच धार्मिक खेत्र चों निकल के सदाचारक खेत्र विच प्रवेश करदी है। मोहन सिंह वैद जदों आउंदा है, जदों पंजाबी वार्तक के खेत्र विच प्रवेश करता है तो उदों की है, उस तो पहला पंजाबी वार्तक धार्मिकता के नाल संबंधित सी, पर मोहन सिंह वैद उसनूं सदाचारक चंगे गुण जिन्हों आपां कह दिंदे उहदे नाल रिलेटेड करता है, जिवें कर्मयोग, सियाणी माता, पछतावा, आत्म सुधार, कमाई की बरकत, सुखी जीवन के गुर, अनेक ज्ञान दर्पण, जीवन सुधार, आ पुस्तकों की इसने रचना की सी मोहन सिंह वैद ने। छोटी नॉर्मल गल है, याद रखनी है। कान सिंह नाभा तुहानूं पता ही है, महान कोश दा करता, निबंधां विच राजनीतिक, समाजिक, धार्मिक विषयों के नाल संबंधित जानकारी। हम हिंदू नहीं, गुरमत प्रभाकर, गुरमत सुधाकर, बहुत महत्वपूर्ण रचनावां। प्रोफैसर पूरण सिंह पंजाबी का पहला प्रमुख निबंधकार भी है तो शैलीकार भी है। सब तो पहला प्रमुख जिहड़ा निबंधकार है वह हैगा प्रोफैसर पूर्ण सिंह, तुसीं ध्यान विच रखनी है गल, ठीक है। शरदा राम फलौरी नूं आपां पढ़दे हैं, उत्थों की है भी थोड़ा जिहा मुहांदरा जिहड़ा आधुनिक निबंध वाला हो जाता है पंजाबी नावल का, पर नहीं, जिहड़ा सही मायने दे विच प्रमुख निबंधकार है वह प्रोफैसर पूर्ण सिंह। खुले लेख उसकी चर्चित निबंध पुस्तक है तो 10वीं वाली जमात दे विच किरत नाम का निबंध उसकी खुले लेख पुस्तक विचों लिया गया है। किरत नाम का निबंध तुसीं पढ़ना है, याद करना है उस चीज़ में, एक एक चीज़ है जी। हालांकि उसकी शब्दावली थोड़ी जी औखी है, बहुत इंपोर्टेंट है, 10th वाली बुक दे विच दे रखा किरत निबंध, वो पढ़ना है तुसीं। अगला एक होर शैलीकार है प्रिंसीपल तेजा सिंह, पंजाबी का प्रमुख शैलीकार है। जिवें प्रोफैसर पूरण सिंह भी एक शैलीकार होया, शैलीकार एक उवें ही प्रिंसीपल तेजा सिंह। देखो शैली हुंदा लिखण दा ढंग,
ਲਿਖਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ, ਪਰ ਉਸ ਤੋਂ ਪਹਿਲਾਂ ਕਿਸੇ ਨੇ ਵੀ ਕਿਸੇ ਵਿਸ਼ੇਸ਼ ਸ਼ੈਲੀ ਨੂੰ ਨਹੀਂ ਸੀ ਅਪਣਾਇਆ। ਪ੍ਰੋਫੈਸਰ ਪੂਰਨ ਸਿੰਘ ਤੋਂ ਪਹਿਲਾਂ, ਪ੍ਰਿੰਸੀਪਲ ਤੇਜਾ ਸਿੰਘ ਤੋਂ ਪਹਿਲਾਂ ਕੋਈ ਵੀ ਵਿਸ਼ੇਸ਼ ਸ਼ੈਲੀ ਦਾ ਧਾਰਨ ਹੀ ਨਹੀਂ ਸੀ ਕੋਈ ਵੀ ਲੇਖਕ। ਇਸ ਕਰਕੇ ਉਹਨਾਂ ਦੇ ਨਾਲ ਸ਼ੈਲੀਕਾਰ ਨਹੀਂ ਲੱਗਦਾ। ਸ਼ੈਲੀਕਾਰ ਕੌਣ ਕੌਣ ਆ ਸਾਡੇ? ਇੱਕ ਪ੍ਰੋਫੈਸਰ ਪੂਰਨ ਸਿੰਘ ਆ, ਇੱਕ ਪ੍ਰਿੰਸੀਪਲ ਤੇਜਾ ਸਿੰਘ ਆ। ਸਹਿਜ ਸੁਭਾਅ, ਨਵੀਆਂ ਸੋਚਾਂ, ਸਾਹਿਤ ਦਰਸ਼ਨ, ਘਰ ਦਾ ਪਿਆਰ ਤੇ ਹੋਰ ਲੇਖ, ਗੁਸਲਖਾਨਾ ਤੇ ਹੋਰ ਲੇਖ, ਪੰਜਾਬੀ ਕਿਵੇਂ ਲਿਖੀਏ, ਪੰਜਾਬੀ ਵਾਰਤਕ ਨੂੰ ਸਵਾਰਨ ਸਿੰਗਾਰਨ ਪ੍ਰਵਾਨ ਚੜਾਉਣ ਵਿੱਚ ਉਚੇਚਾ ਯੋਗਦਾਨ ਪਾਇਆ। ਵਾਰਤਕ ਵਿਸ਼ੇ ਪੱਖੋਂ ਕਿਹੜੇ ਕਿਹੜੇ ਆ? ਵਾਰਤਕ ਦੇ ਵਿਸ਼ੇ ਕਿਹੜੇ ਕਿਹੜੇ ਆ? ਦੇਖੋ, ਵਾਰਤਕ ਦੇ ਵਿਸ਼ੇ ਸਾਹਿਤਕ, ਸਮਾਜਿਕ ਤੇ ਰਾਜਨੀਤਿਕ ਆਦਿ ਵਿਸ਼ਿਆਂ ਦੇ ਉੱਪਰ ਇਸ ਨੇ ਆਪਣੇ ਵਾਰਤਕ ਰਚਨਾ ਕੀਤੀ ਹੈ। ਧਾਰਮਿਕ ਵਿਸ਼ਿਆਂ ਦੇ ਉੱਪਰ ਨਹੀਂ ਗਾ, ਕੋਈ ਆਰਥਿਕ ਵਿਸ਼ੇ ਨਹੀਂ ਗੇ। ਧਿਆਨ ਰੱਖਣਾ ਤੁਸੀਂ ਇਸ ਗੱਲ ਨੂੰ। ਸ਼ੈਲੀ ਸਰਲ ਤੇ ਸਹਿਜ ਸੁਭਾਅ ਵਾਲੀ ਹੈ। ਸਹਿਜ ਸੁਭਾਅ ਤਾਂ ਇਹਦੇ ਨਿਬੰਧ ਦਾ ਨਾਮ ਵੀ ਹੈ, ਸਹਿਜ ਸੁਭਾਅ। ਆਹ ਦੇਖੋ, ਪ੍ਰਿੰਸੀਪਲ ਤੇਜਾ ਸਿੰਘ ਦਾ ਆਪਾਂ ਸਾਰਾ ਕੁਝ ਯਾਦ ਰੱਖਣਾ, ਕੁਝ ਵੀ ਆ ਜਾਏ ਤੁਹਾਡੇ ਸਾਹਮਣੇ। ਪ੍ਰੋਫੈਸਰ ਪੂਰਨ ਸਿੰਘ ਬਾਰੇ ਸਾਰੀਆਂ ਗੱਲਾਂ ਯਾਦ ਰੱਖਣੀਆਂ। ਪ੍ਰਿੰਸੀਪਲ ਜੋਧ ਸਿੰਘ ਨੇ ਵੀ ਕੁਝ ਵਾਰਤਕ ਪੁਸਤਕਾਂ ਦੀ ਰਚਨਾ ਕੀਤੀ ਹੈ, ਦੇਖ ਲਓ ਤੁਸੀਂ। ਗੁਰਮਤਿ ਨਿਰਣੈ, ਸਿੱਖੀ ਕੀ ਹੈ, ਪ੍ਰਾਚੀਨ ਬੀੜਾਂ ਬਾਰੇ, ਬੀੜਾਂ ਮਤਲਬ ਗੁਰੂ ਗ੍ਰੰਥ ਸਾਹਿਬ, ਪ੍ਰਾਚੀਨ ਗੁਰੂ ਗ੍ਰੰਥ ਸਾਹਿਬ ਜਿਹੜੇ ਉਹਨਾਂ ਦੇ ਬਾਰੇ ਪ੍ਰਿੰਸੀਪਲ ਜੋਧ ਸਿੰਘ ਨੇ ਲਿਖਿਆ। ਗੁਰੂ ਗ੍ਰੰਥ ਸਾਹਿਬ SGGS ਲਿਖ ਦਿੰਦਾ ਮੈਂ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਸ ਨੂੰ ਕਿਹਾ ਜਾਂਦਾ ਬੀੜ। ਬੀੜ ਦਾ ਸ਼ਾਬਦਿਕ ਅਰਥ ਹੁੰਦਾ ਬੰਨਣਾ, ਮਤਲਬ ਜਦੋਂ ਬਹੁਤ ਸਾਰੇ ਮਤਲਬ ਕੀ ਹੈ ਸਫਿਆਂ ਨੂੰ ਬੰਨਿਆ ਜਾਂਦਾ ਬੀੜ ਬਣ ਜਾਂਦੀ ਹੈ, ਉਸ ਨੂੰ ਕਿਹਾ ਜਾਂਦਾ ਬੀੜ। ਕਰਤਾਰਪੁਰ ਵਾਲੀ ਬੀੜ ਦੇ ਦਰਸ਼ਨ, ਸੁਲਤਾਨਪੁਰ ਦਾ ਸੰਦੇਸ਼, ਇਹ ਸਾਰੀਆਂ ਪ੍ਰਿੰਸੀਪਲ ਜੋਧ ਸਿੰਘ ਨੇ ਪੁਸਤਕਾਂ ਲਿਖੀਆਂ। ਗੁਰਬਾਣੀ ਦੇ ਸਿਧਾਂਤਾਂ ਨੂੰ ਤਾਰਕਿਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨਾ, ਇਹ ਨਿਬੰਧਕਾਰੀ ਦਾ ਖਾਸ ਲੱਛਣ ਰਿਹਾ, ਬਹੁਤ ਇੰਪੋਰਟੈਂਟ ਹੈ। ਕਿਉਂਕਿ 12ਵੀਂ ਵਾਲੀ ਬੁੱਕ ਦੇ ਵਿੱਚੋਂ ਤੁਸੀਂ ਕੁਛ ਨਹੀਂ ਛੱਡਣਾਗਾ। ਚਾਹੇ ਤੁਸੀਂ ਫਸਟ ਗ੍ਰੇਡ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਸੈਕੰਡ ਗ੍ਰੇਡ ਦੀ, ਪ੍ਰਸ਼ਨ ਕਿਤੋਂ ਵੀ ਪੁੱਛ ਸਕਦਾ। ਆਹ ਪ੍ਰਸ਼ਨ ਬਹੁਤ ਸ਼ਾਨਦਾਰ ਬਣਦਾ। ਅਗਰ ਮੈਂ ਐਗਜ਼ਾਮੀਨਰ ਹੋਵਾਂ ਤਾਂ ਆਹ ਪ੍ਰਸ਼ਨ ਜ਼ਰੂਰ ਪਾਵਾਂ। ਇਹ ਗੁਰਬਾਣੀ ਦੇ ਸਿਧਾਂਤਾਂ ਨੂੰ ਤਾਰਕਿਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਵਾਲਾ ਜਿਹੜਾ ਨਿਬੰਧਕਾਰ ਹੈ ਉਹ ਕਿਹੜਾ ਹੈ? ਪ੍ਰਿੰਸੀਪਲ ਜੋਧ ਸਿੰਘ। ਮੈਂ ਚੌਥੇ ਨੰਬਰ ਤੇ ਆਪਸ਼ਨ ਪਾਊਂਗਾ, ਤੁਸੀਂ ਉੱਥੇ ਤੱਕ ਪਹੁੰਚ ਨਹੀਂ ਸਕਣਾ। ਹਾਂ, ਲਾਲ ਸਿੰਘ ਕਮਲਾ ਅਕਾਲੀ, ਇਹਦਾ ਕਮਲਾ ਅਕਾਲੀ ਇਸ ਨੂੰ ਕਹਿੰਦੇ ਸੀ, ਨਾਮ ਇਹਦਾ ਲਾਲ ਸਿੰਘ। ਸਰਬਲੋਹ ਦੀ ਵਹੁਟੀ, ਇਹਦਾ ਆਪਾਂ ਇੱਕ ਸਫ਼ਰਨਾਮਾ ਪੜ੍ਹਾਂਗੇ, ਸਫ਼ਰਨਾਮੇ ਦੇ ਵਿੱਚ ਪੜ੍ਹਾਂਗੇ। ਸਫ਼ਰਨਾਮਾ ਬਹੁਤ ਇੰਪੋਰਟੈਂਟ ਹੈ ਇਹਦਾ ਇੱਕ। ਮੌਤ ਰਾਣੀ ਦਾ ਕੁੰਡ, ਜੀਵਨ ਨੀਤੀ, ਮਨ ਦੀ ਮੌਜ, ਕਮਾਲਾਂ ਦੇ ਕੋਟ, ਭਾਰਤ ਦੇ ਭਰਪੂਰ ਭੰਡਾਰੇ, ਵਾਰਤਕ ਰਚਨਾਵਾਂ ਵਿੱਚ ਗਿਆਨਵਰਧਕ ਤੇ ਵਿਅੰਗ ਭਰਪੂਰ ਲਹਿਜੇ ਵਿੱਚ ਸਿਰਜੀਆਂ ਗਈਆਂ ਹਨ। ਇਹ ਤੁਸੀਂ ਧਿਆਨ ਵਿੱਚ ਰੱਖਣਾ। ਅੱਗੇ ਆ ਗਿਆ ਜੀ ਗੁਰਬਖਸ਼ ਸਿੰਘ ਪ੍ਰੀਤ ਲੜੀ, ਪ੍ਰਸਿੱਧ ਕਹਾਣੀਕਾਰ ਹੈ। ਹਾਂ, ਥੋੜਾ ਜਿਹਾ ਦੇਖ ਲਿਓ ਤੁਸੀਂ। ਵਾਰਤਕ ਦਾ ਫਲਸਫਾ ਉਹਦਾ ਕਿਹੜਾ ਕਿਹੜਾ ਹੈ? ਪਿਆਰ ਕਬਜ਼ਾ ਨਹੀਂ ਪਹਿਚਾਣ ਹੈ, ਯਾਦ ਹੋ ਹੀ ਗਿਆ ਹੋਣਾ ਤੁਹਾਨੂੰ ਉਸ ਨੂੰ। ਸ਼ੈਲੀਗਤ ਯੁਕਤਾਂ ਕਿਹੜੀਆਂ ਕਿਹੜੀਆਂ ਅਪਣਾਉਂਦਾ? ਰੂਪਕ ਸਿਰਜਣਾ, ਸਮਾਨ ਵਰਤੋਂ, ਸੋਝਮਈ ਸ਼ਬਦਾਵਲੀ, ਕਾਵਿਕ ਪ੍ਰਧਾਨਤਾ, ਭਾਸ਼ਾਈ ਵਿਭਿੰਨਤਾ। ਕਿਹੜੇ ਕਿਹੜੇ ਨਿਬੰਧ ਰਚਨਾਵਾਂ ਕੀਤੀਆਂ ਇਸ ਨੇ? ਵਾਰਤਕ ਰਚਨਾ ਦੇ ਵਿੱਚ ਕਿਹੜਾ ਕਿਹੜਾ ਯੋਗਦਾਨ? ਸਾਵੀ ਪੱਧਰੀ ਜ਼ਿੰਦਗੀ, ਨਵਾਂ ਸ਼ਿਵਾਲਾ, ਰੋਜ਼ਾਨਾ, ਜ਼ਿੰਦਗੀ ਦੀ ਸਾਇੰਸ, ਪ੍ਰਸ਼ਨ ਤੋਂ ਲੰਮੀ ਉਮਰ, ਜ਼ਿੰਦਗੀ ਦੀ ਰਾਸ, ਜ਼ਿੰਦਗੀ ਦੀ ਕਵਿਤਾ, ਖੁੱਲ੍ਹਾ ਦਰ, ਸੁਪਨੇ, ਮਨੋਹਰ ਸ਼ਖਸੀਅਤ। ਅੱਗੇ ਆ ਗਿਆ ਜੀ ਪ੍ਰੋਫੈਸਰ ਸਾਹਿਬ ਸਿੰਘ, ਪਤਾ ਹੀ ਹੈ ਤੁਹਾਨੂੰ। ਗੁਰਬਾਣੀ, ਵਿਆਕਰਣ, ਧਰਮ ਤੇ ਸਦਾਚਾਰ, ਧਾਰਮਿਕ ਲੇਖ, ਕੁਝ ਹੋਰ ਧਾਰਮਿਕ, ਸਰਬੱਤ ਦਾ ਭਲਾ, ਸਿਦਕ ਨਾ ਹਾਰੇ ਆਦਿ ਇਸ ਨੇ ਵਾਰਤਕ ਰਚਨਾਵਾਂ ਕੀਤੀਆਂ ਪ੍ਰੋਫੈਸਰ ਸਾਹਿਬ ਸਿੰਘ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਬਹੁਤ ਪ੍ਰਸਿੱਧ ਹੋਇਆ ਪ੍ਰੋਫੈਸਰ ਸਾਹਿਬ ਸਿੰਘ ਦਾ, ਤੁਸੀਂ ਜਾਣਦੇ ਹੋ ਸਾਰੇ। ਉਹਨਾਂ ਨੂੰ ਗੁਰਬਾਣੀ ਦਾ ਪ੍ਰਮੁੱਖ ਵਿਆਖਿਆਕਾਰ ਮੰਨਿਆ ਜਾਂਦਾ। ਡਾਕਟਰ ਬਲਬੀਰ ਸਿੰਘ ਨੇ ਕੀ ਕੁਛ ਲਿਖਿਆ, ਦੇਖੋ ਵਾਰਤਕ ਰਚਨਾ ਵਿੱਚ ਕੀ ਯੋਗਦਾਨ ਹੈ। ਕਲਮ ਦੀ ਕਰਾਮਾਤ, ਲੰਮੀ ਨਜ਼ਰ, ਸ਼ੁੱਧ ਸਰੂਪ ਆਦਿ ਬੌਧਿਕ ਵਿਸ਼ਾਲਤਾ ਦੇ ਨਾਲ ਰਚਿਤ ਪ੍ਰਭਾਵ ਹੈ। ਡਾਕਟਰ ਮੋਹਨ ਸਿੰਘ ਦੀਵਾਨਾ, ਜਿਹਦੇ ਬਾਰੇ ਆਪਾਂ ਗੱਲ ਕੀਤੀ ਸੀ ਹੁਣੇ ਹੀ, ਉਹਦੇ ਬਾਰੇ ਗੱਲ ਕਰਦੇ ਹਾਂ। ਪੰਜਾਬੀ ਭਾਖਾ ਤੇ ਛੰਦਾਬੰਦੀ, ਆਧੁਨਿਕ ਪੰਜਾਬੀ ਕਵਿਤਾ, ਪੰਜਾਬੀ ਭਾਖਾ ਵਿਗਿਆਨ। ਭਾਖਾ ਮਤਲਬ ਭਾਸ਼ਾ ਨੂੰ ਭਾਖਾ ਲਿਖਿਆ ਇਸ ਨੇ, ਡਰਨਾ ਨਹੀਂ ਗਾ ਵੇਖ ਕੇ ਇਸ ਨੂੰ। ਆਦਿ ਪ੍ਰਿੰਸੀਪਲ ਨਿਰੰਜਨ ਸਿੰਘ ਨੇ ਕਿਹੜੇ ਕਿਹੜੇ 2 ਨਿਬੰਧ ਰਚਨਾਵਾਂ ਕੀਤੀਆਂ? ਨਵਾਂ ਯੁੱਗ ਤੇ ਨਵਾਂ ਸਮਾਜ। ਇਸ ਤਰ੍ਹਾਂ ਕਰਕੇ ਤੁਸੀਂ ਆ ਕੋਈ 2-4 ਆ ਜਿਹੜੇ ਇਹ ਯਾਦ ਰੱਖਣੇ ਆ। ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਸਹੀ ਮਾਇਨੇ ਦੇ ਵਿੱਚ ਤੁਸੀਂ ਕੀ ਯਾਦ ਰੱਖਣਾ। ਹਾਂ, ਇੱਕ ਤਾਂ ਆ ਜਾਓ ਬੇਟਾ ਜੀ, ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ਹੈ ਮੇਰਾ ਪਿੰਡ। ਮੇਰਾ ਪਿੰਡ ਜਿਹੜੀ ਇਹ ਸਾਹਿਤਕ ਕਿਰਤ ਰਚਨਾ ਨਿਬੰਧ ਵਿਧਾ ਨੂੰ ਇੱਕ ਨਵਾਂ ਰੰਗ ਪ੍ਰਦਾਨ ਕੀਤਾ ਗਿਆਨੀ ਗੁਰਦਿੱਤ ਸਿੰਘ, ਬਹੁਤ ਇੰਪੋਰਟੈਂਟ ਹੈ। ਇਹਦੀ ਮੇਰਾ ਪਿੰਡ ਪੁਸਤਕ ਬਾਰੇ ਆਪਾਂ ਚਰਚਾ ਕਰਾਂਗੇ, ਆਪਾਂ ਇਹਦੇ ਬਾਰੇ ਪੜ੍ਹਾਂਗੇ ਉੱਥੇ। ਫਸਟ ਜਿਹੜੇ ਵੀ ਮਤਲਬ ਹੈਗਾ ਗਿਆਨੀ ਗੁਰਦਿੱਤ ਸਿੰਘ ਆਪਣੀ ਸਿਲੇਬਸ ਦੇ ਵਿੱਚ ਵੀ ਹੈਗਾ, ਇਹਨੂੰ ਪੜ੍ਹਾਂਗੇ। ਸੁਹਿੰਦਰ ਸਿੰਘ ਵਣਜਾਰਾ ਬੇਦੀ,
ਨੇ ਪੰਜਾਬੀ ਲੋਕਧਾਰਾ ਦੇ ਵਿਸ਼ਿਆਂ ਨੂੰ ਆਧਾਰ ਬਣਾਇਆ। ਧਿਆਨ ਰੱਖਿਓ, ਲੋਕਧਾਰਾ ਦੇ ਵਿਸ਼ਿਆਂ ਦੇ ਵਿੱਚ ਆਪਾਂ ਇੱਕ ਪੜ੍ਹਾਂਗੇ ਇਹਨੂੰ ਵਣਜਾਰਾ ਬੇਦੀ ਨੂੰ, ਇੱਕ ਆਪਾਂ ਪੜ੍ਹਾਂਗੇ ਮਹਿੰਦਰ ਸਿੰਘ ਰੰਧਾਵਾ ਨੂੰ ਵੀ ਪੜ੍ਹਾਂਗੇ ਲੋਕਧਾਰਾ ਦੇ ਵਿਸ਼ਿਆਂ ਵਿੱਚ, ਦਵਿੰਦਰ ਸਤਿਆਰਥੀ ਨੂੰ ਵੀ ਪੜ੍ਹਾਂਗੇ, 3 ਪੜ੍ਹਾਂਗੇ ਆਪਾਂ। ਸੋ ਵਣਜਾਰਾ ਬੇਦੀ ਹੈ ਜਿਹੜਾ ਇਹ ਲੋਕਧਾਰਾ ਦੇ ਵਿਸ਼ਿਆਂ ਵਿੱਚ ਕਿਹੜੇ ਕਿਹੜੇ ਲਿਖਦਾ ਲੇਖ, ਮੇਰਾ ਨਾਨਕਾ ਪਿੰਡ, ਮੇਰਾ ਦਾਦਕਾ ਪਿੰਡ ਤੇ ਵਿਰਸੇ ਦੀ ਫੁਲਕਾਰੀ ਆਦਿ ਪੁਸਤਕਾਂ ਪੰਜਾਬੀ ਲੋਕਧਾਰਾ ਦੇ ਵਿਸ਼ਿਆਂ ਨੂੰ ਆਧਾਰ ਬਣਾ ਕੇ ਰੱਖੀਆਂ। ਬਹੁਤ ਇੰਪੋਰਟੈਂਟ ਹੈ। ਗਿਆਨੀ ਗੁਰਦਿੱਤ ਸਿੰਘ ਇੰਪੋਰਟੈਂਟ ਹੈ, ਸ਼ਵਿੰਦਰ ਸਿੰਘ ਵਣਜਾਰਾ ਬੇਦੀ ਵੀ ਇੰਪੋਰਟੈਂਟ ਹੈ। ਬਾਕੀ ਤਾਂ ਕੋਈ ਦਿੱਕਤ ਨਹੀਂ, ਨੋਰਮਲ ਆ ਬਾਕੀ ਸਾਰੇ। ਆਪ ਮੈਂ ਤੁਹਾਨੂੰ ਦੱਸਦਾ ਅੱਗੇ, ਜੇ ਕੋਈ ਮੰਨ ਲਓ ਕੰਮ ਦਾ ਹੈਗਾ ਬਾਹਲਾ ਜ਼ਰੂਰੀ ਦੱਸੂਗਾ ਤੁਹਾਨੂੰ, ਬਾਕੀ ਨਹੀਂ। ਹਾਂਜੀ ਅੱਗੇ ਨਹੀਂ ਕੋਈ ਨਹੀਂ ਪੜ੍ਹਨ ਵਾਲਾ, ਬਸ ਠੀਕ ਹੈ, ਓਕੇ ਆ ਕੰਮ ਆਪਣਾ। ਜਿਹੜੇ ਜਿਹੜੇ ਆਪਾਂ ਪੜ੍ਹਨੇ ਆ ਉਹ ਮੈਂ ਤੁਹਾਨੂੰ ਦੱਸ ਹੀ ਦਿੰਦਾ। ਇੱਕ ਤਾਂ ਆਪਾਂ ਸ਼ਰਧਾ ਰਾਮ ਫਲੋਰੀ ਨੂੰ ਪੜ੍ਹਨਾ ਸਭ ਤੋਂ ਪਹਿਲਾਂ, ਬਹੁਤ ਜ਼ਰੂਰੀ ਹੈ। ਸ਼ਰਧਾ ਰਾਮ ਫਲੋਰੀ ਤੇ ਇੰਪੋਰਟੈਂਟ ਲਾ ਲਿਓ। ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨਾ, ਪ੍ਰਿੰਸੀਪਲ ਤੇਜਾ ਸਿੰਘ ਨੂੰ ਪੜ੍ਹਨਾ ਆਪਾਂ, ਲਾਲ ਸਿੰਘ ਕਮਲਾ ਅਕਾਲੀ ਤਾਂ ਸਫ਼ਰਨਾਮੇ 'ਚ ਪੜ੍ਹਨਾ, ਪ੍ਰੋਫੈਸਰ ਸਾਹਿਬ ਸਿੰਘ ਵੀ ਪੜ੍ਹਨਾ ਆਪਾਂ, ਗਿਆਨੀ ਗੁਰਦਿੱਤ ਸਿੰਘ ਤੇ ਸੁਹਿੰਦਰ ਸਿੰਘ ਵਣਜਾਰਾ ਬੇਦੀ, ਇਹ ਆਪਾਂ ਪੜ੍ਹਨੇ ਆ। ਲਓ ਜੀ ਠੀਕ ਹੈ, ਗੱਲ ਆਪਣੀ ਕਲੀਅਰ ਹੋ ਗਈ ਹੈ, ਸਥਿਤੀ ਪੂਰੀ ਕਲੀਅਰ ਆਪਣੇ ਸਾਹਮਣੇ ਵੀ ਆਪਾਂ ਵਾਰਤਕ ਰਚਨਾਵਾਂ ਦੇ ਵਿੱਚ ਕੀ ਕੀ ਕੁਛ ਪੜ੍ਹਨਾ। ਤੋ ਸਭ ਤੋਂ ਪਹਿਲਾਂ ਆਪਾਂ ਲਓ ਫਿਰ ਗੱਲ ਕਰ ਹੀ ਲਈਏ। ਮੈਂ ਤਾਂ ਕਹਿੰਦਾ ਆ ਜਾਓ ਫਿਰ ਆਪਾਂ, ਹਾਂਜੀ 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 ਬੇਟਾ ਜੀ, ਆ ਜਾਓ ਆ ਜਾਓ ਆ ਜਾਓ। ਸ਼ਰਧਾ ਰਾਮ ਫਲੋਰੀ ਦੀ ਗੱਲ ਕਰੀਏ। ਸ਼ਰਧਾ ਰਾਮ ਫਲੋਰੀ ਹੈ ਜਿਹੜਾ, ਉਹ ਵਿਦਵਾਨ ਹੈਗਾ ਜੀ, ਹਿੰਦੀ, ਪੰਜਾਬੀ, ਸੰਸਕ੍ਰਿਤ ਤੇ ਫਾਰਸੀ ਦਾ ਵਿਦਵਾਨ ਹੈ। ਮਤਲਬ ਇੰਨੀਆਂ ਭਾਸ਼ਾਵਾਂ ਦਾ ਵਿਦਵਾਨ ਹੈ, ਇੰਨੀਆਂ ਭਾਸ਼ਾਵਾਂ ਦਾ ਜਾਣੂ ਹੈ ਸ਼ਰਧਾ ਰਾਮ ਫਲੋਰੀ। ਇਹ ਫਸਟ ਗ੍ਰੇਡ ਦੇ ਵਿੱਚ ਵੀ ਹੈ, ਸੈਕੰਡ ਗ੍ਰੇਡ ਦੇ ਵਿੱਚ ਵੀ ਹੈ। ਦੇਖੋ ਜੀ ਇਹਦੇ 2 ਨਿਬੰਧ ਸੰਗ੍ਰਹਿ, 2 ਪੁਸਤਕਾਂ ਵਾਰਤਕ ਦੇ ਵਿੱਚ ਇਸ ਦੀਆਂ ਹਨ। ਆਪਾਂ ਨੂੰ ਤੁਹਾਨੂੰ ਦੱਸ ਚੁੱਕਿਆ ਮੈਂ ਨਾਮ। ਇੱਕ ਤਾਂ ਹੈਗੀ ਆ ਸਿੱਖਾਂ ਦੇ ਰਾਜ ਦੀ ਵਿਥਿਆ, ਇਹ ਤਾਂ ਲਿਖੀ ਆ 1866 ਦੇ ਵਿੱਚ। ਇੱਕ ਲਿਖੀ ਹੈ ਪੰਜਾਬੀ ਬਾਤਚੀਤ, ਉਹ ਲਿਖੀ ਹੈ 1875 ਦੇ ਵਿੱਚ। ਸਭ ਤੋਂ ਪਹਿਲਾਂ ਪ੍ਰਸ਼ਨ ਤੁਸੀਂ ਕੀ ਕੀ ਚੇਤੇ ਰੱਖਣਾ, ਇਹਨਾਂ ਦੇ ਸਨ ਚੇਤੇ ਰੱਖਣੇ ਆ। ਸਿੱਖਾਂ ਦੇ ਰਾਜ ਦੀ ਵਿਥਿਆ 1866 ਤੇ ਪੰਜਾਬੀ ਬਾਤਚੀਤ 1875। ਇਹ ਆ ਜਿਹੜੀ ਸਿੱਖਾਂ ਦੇ ਰਾਜ ਦੀ ਵਿਥਿਆ, ਇਸ ਨੇ ਅੰਗਰੇਜ਼ ਵਿਦਵਾਨ ਸਰ ਡੋਨਲਡ ਦੇ ਕਹਿਣ ਤੇ ਇਸ ਨੇ ਲਿਖੀ ਸੀ। ਤੇ ਜਿਹੜੀ ਪੰਜਾਬੀ ਬਾਤਚੀਤ ਸੀ, ਇਹ ਜਾਨ ਨਿਊਟਨ ਦੀ ਪ੍ਰੇਰਣਾ ਦੇ ਨਾਲ ਲਿਖੀ ਸੀ ਇਸ ਨੇ। ਦੋਨਾਂ ਦੇ ਅਲੱਗ-ਅਲੱਗ ਵਿਦਵਾਨਾਂ ਦੇ ਨਾਮ ਵੀ ਤੁਸੀਂ ਚੇਤੇ ਰੱਖਣੇ ਆ। ਪ੍ਰਸ਼ਨ ਬਹੁਤ ਇੰਪੋਰਟੈਂਟ ਬਣਨਾ, ਇੱਥੋਂ ਪ੍ਰਸ਼ਨ ਸੌਖਾ ਵੀ ਬਣਦਾ ਤੇ ਔਖਾ ਵੀ ਬਣਦਾ। ਇਹਦਾ ਮਕਸਦ ਕੀ ਸੀਗਾ? ਸ਼ਰਧਾ ਰਾਮ ਫਲੋਰੀ ਨੇ, ਫਲੋਰੀ ਤੋਂ ਇਸ 2 ਜਣਿਆਂ ਨੇ, 2 ਵਿਦਵਾਨਾਂ ਨੇ, ਇੱਕ ਡੋਨਲਡ ਤੇ ਇੱਕ ਜਾਨ ਨਿਊਟਨ ਨੇ 2 ਪੁਸਤਕਾਂ ਲਿਖਾਈਆਂ। ਸਿੱਖਾਂ ਦੇ ਰਾਜ ਦੀ ਵਿਥਿਆ 1866 'ਚ ਲਿਖਾਈ ਤੇ ਪੰਜਾਬੀ ਬਾਤਚੀਤ 1875 ਦੇ ਵਿੱਚ ਲਿਖਵਾਈ। ਇਹਦਾ ਮਕਸਦ ਸੀਗਾ ਕਿ ਅੰਗਰੇਜ਼ਾਂ ਨੂੰ ਗਿਆਨ ਕਰਵਾਉਣਾ, ਕਿਹਦੇ ਬਾਰੇ? ਪੰਜਾਬ ਦੇ ਇਤਿਹਾਸ ਬਾਰੇ, ਉਹ ਲੋਕਾਂ ਦੀ ਰਹਿਣੀ ਸਹਿਣੀ ਦੇ ਬਾਰੇ, ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ ਰਸਮੋ ਰਿਵਾਜ ਤੇ ਭਾਸ਼ਾ ਤੋਂ ਜਾਣੂ ਕਰਵਾਉਣ ਵਾਸਤੇ ਇਹ 2 ਪੁਸਤਕਾਂ ਸ਼ਰਧਾ ਰਾਮ ਫਲੋਰੀ ਤੋਂ ਅੰਗਰੇਜ਼ਾਂ ਨੇ ਲਿਖਵਾਈਆਂ ਸੀ। ਸਮਝ ਗਏ ਕਹਾਣੀ ਨੂੰ? ਅੰਗਰੇਜ਼ਾਂ ਨੇ ਪੁਸਤਕਾਂ ਲਿਖਵਾਈਆਂ, ਅੰਗਰੇਜ਼ ਵਿਦਵਾਨਾਂ ਦੇ ਨਾਮ ਵੀ ਆ ਗਏ ਆ ਵੀ ਸਿੱਖਾਂ ਦੇ ਰਾਜ ਦੀ ਵਿਥਿਆ ਇਸ ਨੇ ਡੋਨਲਡ ਦੇ ਕਹਿਣ ਤੇ ਲਿਖੀ ਹੈ ਤੇ ਪੰਜਾਬੀ ਬਾਤਚੀਤ ਜਾਨ ਨਿਊਟਨ ਦੇ ਕਹਿਣ ਤੇ ਲਿਖੀ ਹੈ। ਗੱਲ ਕਲੀਅਰ? ਅਗਲੀ ਗੱਲ ਤੋਂ ਚੱਲਦੇ ਹਾਂ। ਕੀ ਲਿਖਿਆ ਇਸ ਨੇ? ਸ਼ਰਧਾ ਰਾਮ ਫਲੋਰੀ ਨੇ ਇਹਨਾਂ ਪੁਸਤਕਾਂ ਦੇ ਵਿੱਚ, ਦੇਖੋ ਜੀ, ਭਾਸ਼ਾ ਮਲਵਈ ਤੇ ਦੁਆਬੀ ਰਲੀ ਹੋਈ ਹੈ। ਧਿਆਨ ਰੱਖਣਾ ਤੁਸੀਂ ਇਹਦੇ ਵਿੱਚ। ਇਸ ਦਿਨ ਜਿਹੜੇ ਇਹ ਨਿਬੰਧ ਸੰਗ੍ਰਹਿ ਆ, ਸਿੱਖਾਂ ਦੇ ਰਾਜ ਦੀ ਵਿਥਿਆ, ਸੌਰੀ ਅੱਛਾ ਹੋਰ ਹੀ ਕਿਤੇ ਲੱਗ ਗਿਆ ਕਿ ਹਾਂ, ਸਿੱਖਾਂ ਦੇ ਰਾਜ ਦੀ ਵਿਥਿਆ 1866 ਤੇ ਪੰਜਾਬੀ ਬਾਤਚੀਤ 1875, ਦੋਨਾਂ ਪੁਸਤਕਾਂ ਦੇ ਵਿੱਚ ਭਾਸ਼ਾ ਕਿਹੜੀ ਕਿਹੜੀ ਵਰਤੀ ਹੈ? ਮਲਵਈ ਤੇ ਦੁਆਬੀ ਦੀ ਰਲੀ ਹੋਈ ਭਾਸ਼ਾ ਵਰਤੋਂ ਕੀਤੀ ਹੈ। ਬਹੁਤ ਇੰਪੋਰਟੈਂਟ ਗੱਲ ਹੈ ਇਹ, ਧਿਆਨ ਰੱਖਣੀ ਹੈ ਤੁਸੀਂ। ਅਮੂਮਨ ਮਾਲਵੇ ਬਾਰੇ ਗੱਲ ਕੀਤੀ ਹੈ, ਜ਼ਿਆਦਾਤਰ ਮਾਲਵੇ ਤੇ ਦੁਆਬੇ ਦੀ ਰਲੀ ਹੋਈ ਭਾਸ਼ਾ, ਧਿਆਨ ਰੱਖਣਾ। ਅੱਗੇ ਜਿਹੜਾ ਇੱਕ ਨਿਬੰਧ ਆ ਜਿਹੜਾ ਇਸ ਦਾ
ਸ਼ਰਧਾ ਰਾਮ ਫਲੋਰੀ ਦਾ ਗੰਗਾ ਇਸ਼ਨਾਨ BA ਦੇ ਵਿੱਚ ਲੱਗਿਆ ਜੋ, ਉਹ ਤੁਸੀਂ ਧਿਆਨ ਦੇ ਨਾਲ ਪੜ੍ਹਨਾ। ਉਹ ਕੀ ਆ, ਉਹਦੇ ਵਿੱਚ ਦੁਆਬੇ ਦੀਆਂ ਔਰਤਾਂ ਜਿਹੜੀਆਂ ਉਹ ਗੰਗਾ ਇਸ਼ਨਾਨ ਵਾਸਤੇ ਜਾਂਦੀਆਂ, ਉਹ ਦੁਆਬੇ ਦੀ ਭਾਸ਼ਾ ਦੇ ਨਾਲ ਸੰਬੰਧਿਤ ਆ ਜਿਹੜਾ ਲਿਖਿਆ ਹੋਇਆ ਗੰਗਾ ਇਸ਼ਨਾਨ। ਧਿਆਨ ਰੱਖਣਾ ਤੁਸੀਂ ਇਸ ਬਾਰੇ, ਕਿਉਂਕਿ ਉਹ ਦੁਆਬੇ ਦੇ ਖੇਤਰ ਬਾਰੇ ਲਿਖਿਆ ਗਿਆ। ਦੁਆਬੇ ਦੇ ਖੇਤਰ ਹੈ ਜਿਹੜੇ, ਉਹ ਦੁਆਬੇ ਦੇ ਲੋਕ, ਪੰਜਾਬ ਦੇ ਲੋਕ ਹੈ ਜਿਹੜੇ, ਉਹ ਗੰਗਾ ਇਸ਼ਨਾਨ ਵਾਸਤੇ ਜਾਂਦੇ ਆ। ਉਹਦੇ ਬਾਰੇ ਦੁਆਬੇ ਦੀਆਂ ਸੁਆਣੀਆਂ ਇਸਤਰੀਆਂ ਲੋਕ ਇਕੱਠੇ ਹੋ ਕੇ ਉਹਨਾਂ ਬਾਰੇ ਲਿਖਿਆ ਗਿਆ। ਸਿੱਖ ਰਾਜ ਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ। ਪੰਜਾਬੀ ਸੱਭਿਆਚਾਰ ਦੀ ਜਾਤੀ ਵੰਡ ਤੇ ਰਹੋ ਰੀਤਾਂ, ਰਸਮੋ ਰਿਵਾਜ, ਜੇ ਸਾਨੂੰ ਆਪਾਂ ਕਹਿ ਦਿੰਦੇ ਹਾਂ ਰਸਮੋ ਰਿਵਾਜ ਬਾਰੇ ਜਾਣਕਾਰੀ ਦਿੱਤੀ ਹੈ ਇਹਨਾਂ ਦੋ ਪੁਸਤਕਾਂ ਦੇ ਵਿੱਚ। ਭਾਸ਼ਾ ਦਾ ਮੁਹਾਵਰਾ ਕਿਵੇਂ ਦਾ, ਬੋਲਚਾਲ ਵਾਲੀ ਭਾਸ਼ਾ ਹੈ, ਮਤਲਬ ਬੋਲਚਾਲ ਟਾਈਪ ਦੀ ਆ ਆਪਸ ਦੇ ਵਿੱਚ। ਉਸ ਮਤਲਬ ਜਿਹੜੇ ਨਿਬੰਧ ਵਗੈਰਾ ਦੇ ਵਿੱਚ ਕੋਈ ਪਾਤਰ ਵਗੈਰਾ ਲਏ ਆ, ਆਪਸ ਦੇ ਵਿੱਚ ਸੰਵਾਦ ਕਰਦੇ ਆ, ਕਨਵਰਸੇਸ਼ਨ ਕਰਦੇ ਆ, ਉਸ ਨੂੰ ਕਿਹਾ ਜਾਂਦਾ ਬੋਲਚਾਲ ਵਾਲੀ ਭਾਸ਼ਾ। ਇੱਕ ਤਾਂ ਹੁੰਦਾ ਮਤਲਬ ਵਿਆਖਿਆ ਵਾਲੀ ਭਾਸ਼ਾ, ਵਿਆਖਿਆ ਵਾਲੀ, ਕਿਉਂਕਿ ਨਿਬੰਧ ਦਾ ਸੰਬੰਧ ਆਪਾਂ ਜ਼ਿਆਦਾਤਰ ਵਿਆਖਿਆ ਦੇ ਨਾਲ ਕਰ ਦਿੰਦੇ ਹਾਂ। ਸਮਝੋ ਤੁਸੀਂ ਇਸ ਗੱਲ ਨੂੰ, ਬਹੁਤ ਇੰਪੋਰਟੈਂਟ ਹੈ ਇਹ ਬੋਲਚਾਲ ਸ਼ਬਦ, ਬੜਾ ਇੰਪੋਰਟੈਂਟ ਹੈ। ਇੱਕ ਤਾਂ ਹੁੰਦੀ ਹੈ ਕਾਮਨ, ਕੀ ਕੀਤਾ ਨਿਬੰਧਕਾਰ ਨੇ, ਕਾਮਨ ਵਿਆਖਿਆ ਕਰਤੀ ਜਿਹਦੇ ਵਿੱਚ ਕੋਈ ਪਾਤਰ ਕਿਸੇ ਨਾਲ ਗੱਲ ਨਹੀਂ ਕਰ ਰਹੇ, ਨਿਬੰਧਕਾਰ ਲਿਖਣ ਵਾਲਾ ਜਿਹੜਾ ਉਹ ਆਪ ਹੀ ਸਾਰੀਆਂ ਗੱਲਾਂ ਦੱਸ ਰਿਹਾ। ਤੇ ਦੂਸਰਾ ਕੀ ਹੁੰਦਾ, ਬੋਲਚਾਲ ਵਾਲਾ ਹੁੰਦਾ ਵੀ ਪਾਤਰ ਹੈ ਜਿਹੜੇ ਉਹ ਆਪਸ ਦੇ ਵਿੱਚ ਗੱਲ ਕਰਦੇ ਹਨ ਤੇ ਨਿਬੰਧ ਦੀ ਜਿਹੜੀ ਕਥਾ ਹੈ ਉਹ ਫਿਰ ਅੱਗੇ ਤੁਰਦੀ ਹੈ, ਉਸ ਨੂੰ ਕਿਹਾ ਜਾਂਦਾ ਹੈ ਬੋਲਚਾਲ ਵਾਲੀ ਭਾਸ਼ਾ। ਸਮਝੇ ਗੱਲ ਨੂੰ। ਅੰਗਰੇਜ਼ੀ ਸੱਭਿਆਚਾਰ ਤੇ ਸ਼ਾਸਨ ਨੂੰ ਸਲਾਹਿਆ ਗਿਆ ਹੈ, ਕਾਮਨ ਜੀ ਗੱਲ ਹੈ, ਸਲਾਉਣਾ ਹੀ ਹੈ, ਕਿਉਂਕਿ ਉਹਨਾਂ ਦੀ ਛਤਰਛਾਇਆ ਦੇ ਵਿੱਚ ਲਿਖਿਆ ਗਿਆ ਹੈ। ਦੋ ਪੁਸਤਕਾਂ, ਸਿੱਖਾਂ ਦੇ ਰਾਜ ਦੀ ਵਿਥਿਆ, ਪੰਜਾਬੀ ਬਾਤਚੀਤ, ਤੁਹਾਨੂੰ ਯਾਦ ਹੀ ਕਰਵਾ ਦੇਣੀ ਹੈ ਮੈਂ। ਸਿੱਖਾਂ ਦੇ ਰਾਜ ਦੀ ਵਿਥਿਆ 1866, ਪੰਜਾਬੀ ਬਾਤਚੀਤ 1875। ਅਗਲੀ ਗੱਲ, ਅੰਗਰੇਜ਼ੀ ਸੱਭਿਆਚਾਰ ਤੇ ਸ਼ਾਸਨ ਨੂੰ ਸਲਾਹਿਆ ਗਿਆ, ਉਸ ਦੀ ਸਿਫਤ ਕੀਤੀ ਗਈ ਹੈ, ਪ੍ਰਸ਼ੰਸਾ ਕੀਤੀ ਗਈ ਹੈ। ਅੰਗਰੇਜ਼ਾਂ ਦਾ ਸੱਭਿਆਚਾਰ ਨੂੰ ਉੱਚਾ ਦੱਸਿਆ ਗਿਆ ਅਤੇ ਸਿੱਖ ਗੁਰੂਆਂ ਬਾਰੇ ਇਹ ਸ਼ਰਧਾ ਭਰਪੂਰ ਸ਼ਬਦਾਵਲੀ ਵਰਤੀ ਗਈ ਹੈ। ਮਤਲਬ ਕੀ ਹੈ, ਸਿੱਖ ਗੁਰੂਆਂ ਬਾਰੇ, ਇਸ ਦੇ ਬਾਰੇ ਤੁਸੀਂ ਕਹਿ ਲਓ ਵੀ ਇਹ ਸ਼ਰਧਾ, ਇੱਕ ਤਾਂ ਹੁੰਦੀ ਹੈ ਸ਼ਰਧਾ, ਇੱਕ ਹੁੰਦੀ ਹੈ ਇਹ ਸ਼ਰਧਾ। ਮਤਲਬ ਕੀ ਹੈ ਵੀ ਸ਼ਰਧਾ ਰਾਮ ਫਿਲੌਰੀ ਹੈ ਜਿਹੜਾ, ਜੋ ਫਿਲੌਰ ਦਾ ਰਹਿਣ ਵਾਲਾ ਹੈ, ਉਹ ਸਿੱਖ ਗੁਰੂਆਂ ਨੂੰ ਚੰਗੇ ਨਹੀਂ ਮੰਨਦਾ। ਕਹਿਣ ਦਾ ਮਤਲਬ ਇਹ ਹੈ ਸਿੱਖ ਗੁਰੂਆਂ ਦਾ ਰਿਸਪੈਕਟ ਨਹੀਂ ਕਰਦਾ। ਇਸ ਦੇ ਨਿਬੰਧਾਂ ਤੋਂ ਇਸ ਗੱਲ ਦਾ ਜ਼ਿਕਰ ਹੁੰਦਾ ਹੈ। ਪੁਸਤਕਾਂ ਵਿੱਚ ਸੰਕਲਿਤ ਵਾਰਤਕ ਪੰਜਾਬੀ ਨਿਬੰਧ ਦਾ ਮੁੱਢਲਾ ਰੂਪ ਹੈ, ਇਹ ਕਹਿ ਸਕਦੇ ਹੋ ਤੁਸੀਂ। ਆਪਾਂ ਪੜ੍ਹ ਚੁੱਕੇ 12ਵੀਂ ਵਾਲੀ ਪੁਸਤਕ ਦੇ ਵਿੱਚ ਵੀ ਇਹ ਗੱਲ ਪੜ੍ਹੀ ਆਪਾਂ ਵੀ ਪੰਜਾਬੀ ਵਾਰਤਕ ਦਾ ਮੁੱਢਲਾ ਰੂਪ ਹੈ ਜਿਹੜਾ ਉਹ ਸ਼ਰਧਾ ਰਾਮ ਫਲੋਰੀ ਦੇ ਦੋ ਨਿਬੰਧ ਸੰਗ੍ਰਹਿ, ਸਿੱਖਾਂ ਦੇ ਰਾਜ ਦੀ ਵਿਥਿਆ ਤੇ ਪੰਜਾਬੀ ਬਾਤਚੀਤ ਹੈ। ਪੜ੍ਹੀ ਹੋਈ ਇਹ ਗੱਲ ਕਲੀਅਰ ਹੈ। ਅਗਲੀ ਗੱਲ, ਹੋਰ ਪੁਸਤਕਾਂ ਕਿਹੜੀਆਂ ਲਿਖੀਆਂ ਇਸ ਨੇ? ਇੱਕ ਹਰੀ ਚਰਿੱਤਰ, ਵਿਵਾਦ ਖੰਡਨ, ਨਿਆਜ਼ ਦੀ ਕਿਤਾਬ। ਲਿਖਣ ਦੀ ਪ੍ਰੇਰਣਾ ਇਸ ਨੂੰ ਕਿਹਨੇ ਦਿੱਤੀ ਸੀ? ਲੁਧਿਆਣੇ ਦੇ ਪਾਦਰੀ ਜੌਨ ਨਿਊਟਨ ਨੇ, ਕਿਉਂਕਿ ਇਹ ਕੀ ਸੀ, ਉਸ ਲੁਧਿਆਣੇ ਦੇ ਮਿਸ਼ਨ ਪ੍ਰੈਸ ਦੇ ਵਿੱਚ ਨੌਕਰੀ ਕਰਦਾ ਹੁੰਦਾ ਸੀਗਾ। ਸ਼ਰਧਾ ਰਾਮ ਫਿਲੌਰੀ ਲੁਧਿਆਣੇ ਦਾ ਅੰਗਰੇਜ਼ਾਂ ਦੇ ਵੱਲੋਂ ਇੱਕ ਮਿਸ਼ਨ ਪ੍ਰੈਸ ਪ੍ਰਿੰਟਿੰਗ ਲਾਈ ਗਈ ਸੀਗੀ। ਉਹਦਾ ਪਾਦਰੀ ਕੌਣ ਸੀ? ਜਾਨ ਨਿਊਟਨ। ਜਾਨ ਨਿਊਟਨ ਦੀ ਛਤਰਛਾਇਆ ਦੇ ਵਿੱਚ ਇਸ ਨੇ ਕੰਮ ਕੀਤਾ। 1860 ਦੇ ਵਿੱਚ ਅੰਜੀਲ ਦਾ ਪੰਜਾਬੀ ਅਨੁਵਾਦ ਕੀਤਾ। ਅੰਜੀਲ ਹੈ ਜਿਹੜੀ ਉਹ ਈਸਾਈਆਂ ਦੀ ਧਾਰਮਿਕ ਪੁਸਤਕ ਹੈ। ਇੱਕ ਤਾਂ ਹੁੰਦੀ ਹੈ ਬਾਈਬਲ, ਇੱਕ ਹੈ ਅੰਜੀਲ, ਈਸਾਈਆਂ ਦੀ ਧਾਰਮਿਕ ਪੁਸਤਕ ਹੈ, ਉਸ ਨੂੰ ਅੰਜੀਲ ਕਿਹਾ ਜਾਂਦਾ ਹੈ। ਤੁਹਾਨੂੰ ਪਤਾ ਹੋਵੇਗਾ ਕਿ ਆਪਣੇ ਪੰਜਾਬੀਆਂ ਦੀ ਅੰਜੀਲ, ਸ਼ਾਇਦ ਮੈਂ ਤੁਹਾਨੂੰ ਦੱਸਿਆ ਵੀ ਹੋਣਾ ਵੀ ਵਾਰਿਸ਼ ਦੀ ਹੀਰ ਨੂੰ ਪੰਜਾਬੀਆਂ ਦੀ ਅੰਜੀਲ ਕਿਹਾ ਜਾਂਦਾ। ਮੈਨੂੰ ਲੱਗਦਾ, ਮੈਂ ਜੀ ਪੂਰਾ ਪ੍ਰੋਪਰ ਯਾਦ ਨਹੀਂ। ਵਾਰਿਸ਼ ਸ਼ਾਹ ਦੀ ਹੀਰ ਦੁਆਰੇ ਪੜ੍ਹ ਲਿਓ ਤੁਸੀਂ, ਉਹਦੇ ਵਿੱਚ ਵੀ ਅੰਜੀਲ ਸ਼ਬਦ ਦੀ ਆਪਾਂ ਵਰਤੋਂ ਕੀਤੀ ਸੀ। ਇਹ ਉਹੀ ਅੰਜੀਲ ਸ਼ਬਦ ਹੈ। 1860 ਦੇ ਵਿੱਚ ਅੰਜੀਲ ਨੂੰ ਪੰਜਾਬੀ ਦੇ ਵਿੱਚ ਅਨੁਵਾਦਿਤ ਕੀਤਾ। ਗੰਗਾ ਇਸ਼ਨਾਨ ਨਿਬੰਧ ਜਿਹੜਾ ਉਹ, ਹੁਣ ਤੁਸੀਂ ਆ ਜਾਓ ਗੰਗਾ ਇਸ਼ਨਾਨ ਨਿਬੰਧ। ਰੱਬ ਨੇ ਚਾਹਿਆ ਤੇ ਗੰਗਾ ਇਸ਼ਨਾਨ ਨਿਬੰਧ ਦੇ ਵਿੱਚੋਂ ਪ੍ਰਸ਼ਨ ਜ਼ਰੂਰ ਆਊਗਾ। ਰੱਬ ਨੇ ਕੀ ਚਾਹਿਆ, ਆਊਗਾ ਹੀ ਆਊਗਾ। ਇਹ ਗੱਲ ਪੱਕਾ ਪਤਾ। ਰੱਬ ਤੱਕ ਤਾਂ ਪਹੁੰਚਣ ਦੀ ਲੋੜ ਨਹੀਂ ਪੈਣੀ ਆਪਾਂ ਨੂੰ, ਐਗਜ਼ਾਮੀਨਰ ਤੱਕ ਹੀ ਸੀਮਿਤ ਰਹਿਣਾ ਆਪਾਂ। ਰੱਬ ਦੀ ਤਾਂ ਜਮਾਂ ਅੜੇ ਮੌਕੇ ਵਰਤੋਂ ਕਰਨੀ ਆਪਾਂ। ਹਾਂ, ਕਿਹੜਾ ਜਿਹੜਾ ਗੰਗਾ ਇਸ਼ਨਾਨ ਨਿਬੰਧ ਆ ਜਿਹੜਾ ਉਹ ਪੰਜਾਬੀ ਬਾਤਚੀਤ ਪੁਸਤਕ ਵਿੱਚੋਂ ਲਿਆ ਗਿਆ। ਧਿਆਨ ਰੱਖਣਾ, ਦੋ ਪੁਸਤਕਾਂ, ਸਿੱਖਾਂ ਦੇ ਰਾਜ ਦੀ ਵਿਥਿਆ 1866, ਪੰਜਾਬੀ ਬਾਤਚੀਤ 1875। ਜਿਹੜਾ ਗੰਗਾ ਇਸ਼ਨਾਨ ਨਿਬੰਧ BA ਦੇ ਵਿੱਚ ਹੈ, ਨਿਬੰਧ ਸੰਗ੍ਰਹਿ ਦੇ ਵਿੱਚ, ਉਹ ਜਿਹੜਾ ਹੈ ਗੰਗਾ ਇਸ਼ਨਾਨ ਨਿਬੰਧ, ਉਹ ਪੰਜਾਬੀ ਬਾਤਚੀਤ ਪੁਸਤਕ ਦੇ ਵਿੱਚੋਂ ਲਿਆ ਗਿਆ ਹੈ। ਧਿਆਨ ਰੱਖਣਾ ਤੁਸੀਂ। ਮੰਨ ਲਓ ਪ੍ਰਸ਼ਨ ਆ ਜੇ ਵੀ ਜਿਹੜਾ ਗੰਗਾ ਇਸ਼ਨਾਨ ਨਿਬੰਧ ਹੈ ਉਸ ਦਾ ਸੰਬੰਧ ਕਿਹੜੀ ਪੁਸਤਕ ਦੇ ਨਾਲ ਹੈ,
ਤਾਂ ਉਹ ਹੈਗਾ ਜੀ ਪੰਜਾਬੀ ਬਾਤਚੀਤ ਪੁਸਤਕ ਦੇ ਨਾਲ। ਜਾਂ ਗੰਗਾ ਇਸ਼ਨਾਨ ਨਿਬੰਧ ਕਿਹੜੀ ਪੁਸਤਕ ਵਿੱਚੋਂ ਲਿਆ ਗਿਆ ਹੈ? ਪ੍ਰਸ਼ਨ ਐਵੇਂ ਦਾ ਬਹੁਤ ਇੰਪੋਰਟੈਂਟ ਬਣਦਾ, ਬਹੁਤ ਔਖਾ ਹੈ। ਪੰਜਾਬੀ ਬਾਤਚੀਤ ਪੁਸਤਕ ਹੈ ਜਿਹੜੀ ਉਹ 3 ਭਾਗਾਂ ਦੇ ਵਿੱਚ ਵੰਡੀ ਹੋਈ ਹੈ। ਉਹਦੇ ਵਿੱਚ ਕਿਹੜੀਆਂ ਪੰਜਾਬੀ ਬਾਤਚੀਤ ਪੁਸਤਕ ਬਾਰੇ ਗੱਲ ਕਰਦੇ ਆ। ਕਿਉਂ ਇੰਪੋਰਟੈਂਟ ਹੈ ਪੰਜਾਬੀ ਬਾਤਚੀਤ ਪੁਸਤਕ? ਕਿਉਂਕਿ ਗੰਗਾ ਇਸ਼ਨਾਨ ਸਾਡਾ ਨਿਬੰਧ ਇਸ ਪੰਜਾਬੀ ਬਾਤਚੀਤ ਪੁਸਤਕ ਦੇ ਵਿੱਚੋਂ ਲਿਆ ਗਿਆ ਹੈ। ਪਹਿਲੀ ਤੇ 3 ਭਾਗਾਂ ਦੇ ਵਿੱਚ ਪਹਿਲੇ ਭਾਗ ਦੇ ਵਿੱਚ ਮਾਝੇ ਦੇ ਸ਼ਹਿਰੀ ਤੇ ਗੁਆਰ ਮਨੁੱਖਾਂ, ਤੀਵੀਆਂ, ਮੁੰਡਿਆਂ, ਕੁੜੀਆਂ ਦੀਆਂ ਰੀਤਾਂ, ਖੇਡਾਂ ਤੇ ਬੋਲੀਆਂ ਬਾਰੇ ਜਾਣਕਾਰੀ ਦਿੱਤੀ ਹੈ। ਪੰਜਾਬੀ ਬਾਤਚੀਤ ਪੁਸਤਕ ਦਾ ਪਹਿਲੀ ਭਾਗ ਤਾਂ ਮਾਝੇ ਦੇ ਸ਼ਹਿਰੀ ਤੇ ਪੇਂਡੂ ਮਨੁੱਖਾਂ ਦੇ ਬਾਰੇ ਹੈ। ਦੂਸਰੇ ਭਾਗ ਵਿੱਚ ਦੁਆਬੇ ਦੇ ਸ਼ਹਿਰੀ, ਗੁਆਰ, ਮੁੰਡਿਆਂ, ਕੁੜੀਆਂ ਦੀਆਂ ਬੋਲੀਆਂ, ਖੇਡਾਂ, ਰੀਤਾਂ ਤੇ ਗੰਗਾ ਇਸ਼ਨਾਨ ਬਾਰੇ ਵੀ ਇੱਥੇ ਹੀ ਦਿੱਤਾ ਹੈ। ਦੂਸਰੇ ਦੇ ਵਿੱਚ ਪੰਜਾਬੀ ਬਾਤਚੀਤ ਦੇ ਦੂਸਰੇ ਭਾਗ ਦੇ ਵਿੱਚੋਂ ਲਿਆ ਗਿਆ ਇਹ ਨਿਬੰਧ ਹੈ ਜਿਹਦਾ ਨਾਮ ਹੈ ਗੰਗਾ ਇਸ਼ਨਾਨ। ਤੀਸਰਾ ਭਾਗ ਕੀ ਹੈ? ਤੀਸਰੇ ਭਾਗ ਦੇ ਵਿੱਚ ਦੁਆਬੇ ਦੇ ਮੁਸਲਮਾਨ, ਕਾਂਗੜੇ ਦੀਆਂ ਪਹਾੜੀਆਂ, ਮਾਲਵੇ ਦੇ ਜੱਟਾਂ ਦੀਆਂ ਰੀਤਾਂ ਰਸਮਾਂ ਦੇ ਬਾਰੇ ਜਾਣਕਾਰੀ ਹੈ। ਲੋ ਜੀ, ਪੰਜਾਬੀ ਬਾਤਚੀਤ ਪੁਸਤਕ ਹੈ ਜਿਹੜੀ 1875 ਦੇ ਵਿੱਚ ਲਿਖੀ ਗਈ ਹੈ ਸ਼ਰਧਾ ਰਾਮ ਫਲੋਰੀ ਵੱਲੋਂ। ਉਹਦੇ 3 ਭਾਗ, ਤਿੰਨਾਂ ਦੇ ਬਾਰੇ ਆਪਾਂ ਜ਼ਿਕਰ ਕਰ ਚੁੱਕੇ ਹਾਂ। ਗੰਗਾ ਇਸ਼ਨਾਨ ਹੈਗਾ ਪੰਜਾਬੀ ਬਾਤਚੀਤ ਦੇ ਦੂਜੇ ਭਾਗ ਦੇ ਵਿੱਚੋਂ ਲਿਆ ਗਿਆ। ਉੱਤੇ ਗੱਲ ਕਲੀਅਰ ਹੋ ਗਈ ਸੀ। ਦੁਆਬੇ ਦੇ ਸ਼ਹਿਰੀ ਗੁਆਰ, ਦੂਜਾ ਭਾਗ ਦੇਖੋ, ਦੁਆਬੇ ਦੇ ਸ਼ਹਿਰੀ ਗੁਆਰ, ਮੁੰਡਿਆਂ, ਕੁੜੀਆਂ ਦੀਆਂ ਬੋਲੀਆਂ, ਖੇਡਾਂ, ਰੀਤਾਂ, ਗੰਗਾ ਇਸ਼ਨਾਨ ਲਿਖਿਆ ਹੋਇਆ ਅੱਗੇ ਬ੍ਰੈਕਟ ਦੇ ਵਿੱਚ। ਗੰਗਾ ਇਸ਼ਨਾਨ ਕੀ ਹੈ ਕਿ ਪੰਜਾਬੀਆਂ ਦੇ ਸੱਭਿਆਚਾਰਕ ਜੀਵਨ ਦੀ ਝਾਕੀ ਕਰਦਾ ਹੈ। ਇਸ ਦੇ ਵਿੱਚ ਕੀ ਹੈ ਕਿ ਪੰਜਾਬੀ ਲੋਕਾਂ ਦੇ ਸੱਭਿਆਚਾਰਕ ਜੀਵਨ ਦੇ ਬਾਰੇ ਦਰਸਾਇਆ ਗਿਆ ਹੈ। ਪਰ ਇੱਕ ਗੈਰ ਪੰਜਾਬੀ ਪਰ ਸਾਂਝੇ ਜਿਹੇ ਖੇਤਰ ਹਰਿਦੁਆਰ ਦੇ ਵਿੱਚ ਇਸ ਦੀ ਘਟਨਾ ਵਾਪਰਦੀ ਹੈ। ਕਿਉਂਕਿ ਗੰਗਾ ਇਸ਼ਨਾਨ ਜਦੋਂ ਲੋਕੀ ਕਰਨ ਜਾਣਗੇ ਤਾਂ ਹਰਿਦੁਆਰ ਜਾਣਗੇ, ਹਰਿਦੁਆਰ ਜਾਣਗੇ ਨਾ। ਹੈ ਤਾਂ ਦੇਖੋ ਪੰਜਾਬੀਆਂ ਬਾਰੇ, ਪਰ ਖੇਤਰ ਕਿਹੜਾ ਚੁਣਿਆ ਸ਼ਰਧਾ ਰਾਮ ਫਲੋਰੀ ਨੇ? ਇੱਕ ਗੈਰ ਪੰਜਾਬੀ ਖੇਤਰ, ਕਿਉਂਕਿ ਹਰਿਦੁਆਰ ਪੰਜਾਬ ਦੇ ਵਿੱਚ ਨਹੀਂਗਾ, ਹਰਿਦੁਆਰ ਯੂਪੀ ਦੇ ਵਿੱਚ ਹੈ। ਹਾਂਜੀ, ਦੁਆਬੇ ਦੀਆਂ ਸੁਆਣੀਆਂ ਦੇ ਲੜਦੇ ਸਮੇਂ ਤਾਨੇ ਮਿਹਣੇ ਕਿਵੇਂ ਦੇ ਦਿੰਦੀਆਂ? ਦੁਆਬੇ ਦੀ ਸਥਾਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਗੰਗਾ ਇਸ਼ਨਾਨ ਨਿਬੰਧ ਦੇ ਵਿੱਚ ਕਿਹੜੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ? ਦੁਆਬੇ ਦੀ, ਮਾਲਵੇ ਦੀ, ਮਾਝੇ ਦੀ, ਪੋਠੋਹਾਰੀ। ਤਾਂ ਉੱਤਰ ਆਊਗਾ ਦੁਆਬੇ ਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਦੁਆਬੇ ਦੀਆਂ ਸੁਆਣੀਆਂ ਜਦੋਂ ਲੜਦੀਆਂ, ਗੰਗਾ ਇਸ਼ਨਾਨ ਦਾ ਮਹੱਤਵ ਦੱਸਿਆ। ਪ੍ਰਗਟਾ ਦਾ ਢੰਗ, ਸ਼ੈਲੀ ਵਾਰਤਾਲਾਪੀ ਹੈ। ਧਿਆਨ ਰੱਖਣਾ ਤੁਸੀਂ, ਇਸ ਨਿਬੰਧ ਦੇ ਵਿੱਚ ਵਾਰਤਾਲਾਪੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਵਾਰਤਾਲਾਪ, ਬੋਲਚਾਲੀ ਢੰਗ, ਇਸ ਦਾ ਦੂਜਾ ਨਾਮ ਬੋਲਚਾਲੀ, ਐਗਜ਼ਾਮੀਨਰ ਦੀ ਮਰਜ਼ੀ ਹੈ, ਕੋਈ ਵੀ ਨਾਮ ਲਿਖ ਸਕਦਾ। ਬਿਰਤਾਂਤ ਮੌਕੇ ਕਈ ਵਾਰ ਨਾਟਕੀ ਢੰਗ ਵੀ ਅਪਣਾਇਆ ਗਿਆ। ਚੂੜੀਆਂ ਲੈਣੀਆਂ ਦਾ ਜਿਵੇਂ ਹੁੰਦਾ, ਦੇਖੋ ਕੁਝ ਕੁ ਹੁਣ ਦੇਖੋ ਗੰਗਾ ਇਸ਼ਨਾਨ ਕਰਨ ਜਾਣਾ, ਗੰਗਾ ਇਸ਼ਨਾਨ ਤੇ ਲੋਕੀ ਸ਼ਰਧਾ ਭਾਵਨਾ ਦੇ ਨਾਲ ਜਾਂਦੇ ਆ। ਸ਼ਰਧਾ ਭਾਵਨਾ ਦੇ ਵਿੱਚ ਕੀ ਹੁੰਦਾ? ਕੁਝ ਲੋਕ ਚੂੜੀਆਂ ਲੈਂਦੇ ਆ, ਗੰਗਾ ਚੋਂ ਪਾਣੀ ਦੀਆਂ ਭਰ ਕੇ। ਚੂੜੀਆਂ ਲੈਣ ਦਾ ਮਤਲਬ ਕੀ ਹੁੰਦਾ? ਕੁਝ ਤਿਆਗਣਾ ਤੇ ਨਵੀਂ ਸਾਂਝ ਬਣਾਉਣੀ। ਚੂੜੀਆਂ ਲੈਣ ਦਾ ਮਤਲਬ ਇਹ ਹੁੰਦਾ ਵੀ ਅਸੀਂ ਰੱਬਾ ਆਪਣੇ ਬੁਰੇ ਐਬ ਤਿਆਗ ਕੇ ਚੱਲੇ ਆ, ਹੁਣ ਅਸੀਂ ਲੋਕਾਂ ਦੇ ਨਾਲ ਨਵੀਂ ਸਾਂਝ ਬਣਾਵਾਂਗੇ। ਆਪਣੇ ਨਵੇਂ ਸਦਾਚਾਰਕ ਜੀਵਨ ਨੂੰ ਆਪਾਂ ਸਦਾਚਾਰਕ ਢੰਗ ਨਾਲ ਆਪਾਂ ਜੀਵਨ ਜੀਵਾਂਗੇ। ਤੀਰਥ ਯਾਤਰਾ ਸਮੇਂ ਭੁੰਜੇ ਸੌਣਾ ਤੇ ਦੁਬਾਰਾ ਮੰਜੇ ਉੱਪਰ ਸੌਣ ਲਈ ਬ੍ਰਾਹਮਣਾਂ ਨੂੰ ਭੋਜਨ ਛਕਾ ਕੇ ਆਗਿਆ ਲੈਣੀ। ਇਹ ਕੁਝ ਕੁ ਸ਼ਰਧਾ ਰੂਪੀ, ਸ਼ਰਧਾ ਭਾਵਨਾ ਦੇ ਨਾਲ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਕੁਝ ਕੁ ਪ੍ਰਥਾਵਾਂ ਨੇ, ਉਹਨਾਂ ਦੇ ਬਾਰੇ ਜ਼ਿਕਰ ਕੀਤਾ ਹੈ ਇਸ ਗੰਗਾ ਇਸ਼ਨਾਨ ਨਿਬੰਧ ਦੇ ਵਿੱਚ। ਤੁਸੀਂ ਪੜ੍ਹਨਾ ਹੈ, ਯਾਦ ਰੱਖਣਾ ਹੈ, ਇਸ ਚੀਜ਼ ਨੂੰ ਧਿਆਨ ਰੱਖਣਾ ਹੈ। ਗੰਗਾ ਇਸ਼ਨਾਨ ਨਿਬੰਧ ਤੁਸੀਂ ਪੜ੍ਹ ਲਓਗੇ ਆਪੇ, ਇਸ ਗੱਲ ਦਾ ਮੈਨੂੰ ਪੂਰਾ ਯਕੀਨ ਹੈ, ਵਿੱਚੋਂ ਪ੍ਰਸ਼ਨ ਆ ਸਕਦਾ ਹੈ। ਤੀਰਥ ਯਾਤਰਾ ਦੇ ਸਮੇਂ ਭੁੰਜੇ ਸੁੱਤਾ ਜਾਂਦਾ ਹੈ ਨਾ। ਭੁੰਜੇ ਜ਼ਿਆਦਾਤਰ ਲੋਕੀ ਸ਼ਰਧਾਵਾਨ ਜਿਹੜੇ ਲੋਕ ਆ ਉਹ ਕੀ ਕਰਦੇ ਆ? ਮੰਨ ਲਓ ਕਿਸੇ ਤੀਰਥ ਯਾਤਰਾ ਤੇ ਜਾਂਦੇ ਆ ਤਾਂ ਮੰਜੇ ਦਾ ਇਸਤੇਮਾਲ ਨਹੀਂ ਕਰਦੇ, ਬੈੱਡ ਦਾ ਇਸਤੇਮਾਲ ਨਹੀਂ ਕਰਦੇ। ਉਹ ਕੀ ਕਰਦੇ ਆ? ਭੁੰਜੇ ਸੌਂਦੇ ਆ। ਉਹਨਾਂ ਦੀ ਸ਼ਰਧਾ ਹੈ, ਉਹ ਆਪਣੀ ਸ਼ਰਧਾ ਹੈ ਨਾ। ਤਾਂ ਉਹਦੇ ਵਿੱਚ ਕੀ ਹੈ ਵੀ ਉਸ ਤੋਂ ਬਾਅਦ ਹੁਣ ਉਹਨਾਂ ਨੇ ਮੰਨ ਲਓ ਤੀਰਥ ਯਾਤਰਾ ਉਹਨਾਂ ਦੀ ਪੂਰੀ ਹੋ ਗਈ, ਹੁਣ ਉਹਨਾਂ ਨੇ ਮੰਜੇ ਉੱਪਰ ਸੌਣਾ ਹੈ। ਤਾਂ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਮੰਜੇ ਦੇ ਉੱਪਰ ਦੁਬਾਰਾ ਜਦੋਂ ਸੌਣਾ ਹੈ ਤਾਂ ਉਹਦੇ ਵਾਸਤੇ ਆਗਿਆ ਲੈਣੀ ਪੈਂਦੀ ਹੈ ਬ੍ਰਾਹਮਣਾਂ ਨੂੰ ਭੋਜਨ ਛਕਾ ਕੇ। ਅਗਲੀ ਗੱਲ, ਜਜਮਾਨਾਂ ਦੇ ਘਰ ਪ੍ਰਸ਼ਾਦਾ ਛਕਣਾ ਹੈ। ਬ੍ਰਾਹਮਣਾਂ ਦਾ ਆਚਰਣ ਦੇ ਬਾਰੇ ਗੱਲ ਕੀਤੀ ਹੈ ਵੀ ਜੋ ਜਜਮਾਨਾਂ ਦੇ ਘਰ ਜਾਂਦੇ ਆ, ਜਿਹੜੇ ਬ੍ਰਾਹਮਣ ਲੋਕ ਆ ਜਿਹੜੇ ਹੁੰਦੇ ਆ, ਉਹ ਪ੍ਰਸ਼ਾਦਾ ਛਕਣਾ ਹੈ ਨਾ, ਬ੍ਰਾਹਮਣਾਂ ਨੂੰ ਦਾਨ ਪੁੰਨ ਕੀਤਾ ਜਾਂਦਾ। ਉਹ ਜਿਹੜਾ ਉਹਦੇ ਬਾਰੇ ਦੱਸਿਆ। ਯਾਤਰੀਆਂ ਦਾ ਸਮਾਨ ਚੋਰੀ ਹੋਣਾ, ਉਹਦੇ ਬਾਰੇ ਵੀ ਕਾਫੀ ਘਟਨਾ ਤੁਹਾਡੇ ਸਾਹਮਣੇ ਆਉਣਗੀਆਂ ਹੈ ਨਾ। ਉਹ ਸੁਆਣੀਆਂ ਇਸਤਰੀਆਂ ਆਪਸ ਦੇ ਵਿੱਚ ਲੜਦੀਆਂ, ਤਾਨੇ ਮਿਹਣੇ ਕਿਵੇਂ ਦਿੰਦੀਆਂ, ਜਦੋਂ ਤੁਸੀਂ ਉਸ ਨਿਬੰਧ ਨੂੰ ਪ੍ਰੋਪਰ ਪੜ੍ਹੋਗੇ। ਹਾਂ, ਕਾਮਨ ਗੱਲਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਨਿਬੰਧ ਦੇ ਵਿੱਚੋਂ ਪ੍ਰਸ਼ਨ ਕਿੱਥੋਂ ਕਿੱਥੋਂ ਬਣ ਸਕਦਾ। ਲਓ ਜੀ, ਸ਼ਰਧਾ ਰਾਮ ਫਲੋਰੀ ਆਪਣਾ ਹੋ ਗਿਆ ਕਲੀਅਰ। 2 ਪੁਸਤਕਾਂ, ਸਿੱਖਾਂ ਦੇ ਰਾਜ ਦੀ ਵਿਥਿਆ 1866, ਪੰਜਾਬੀ ਬਾਤਚੀਤ 1875, ਗੰਗਾ ਇਸ਼ਨਾਨ ਨਿਬੰਧ ਪੰਜਾਬੀ ਬਾਤਚੀਤ ਪੁਸਤਕ ਦੇ ਦੂਸਰੇ ਭਾਗ ਦੇ ਵਿੱਚੋਂ ਲਿਆ ਗਿਆ। ਯਾਦ ਰੱਖ ਲਓਗੇ ਤੁਸੀਂ, ਗੱਲ ਕਲੀਅਰ ਹੈ।
ਅਗਲੀ ਜਮਾਤ ਦੇ ਵਿੱਚ ਮਿਲਦੇ ਆ। ਇਹ ਦੋਨਾਂ ਨਹੀਂ ਤੁਸੀਂ ਪੜ੍ਹਨਾ, ਫਸਟ ਗ੍ਰੇਡ ਤੇ ਸੈਕੰਡ ਗ੍ਰੇਡ ਦੋਨਾਂ ਦੇ ਵਿੱਚ ਹੀ ਹੈ। ਅਗਲਾ ਜਿਹੜਾ ਆਪਣਾ ਨਿਬੰਧਕਾਰ ਆ ਉਹ ਹੈਗਾ ਪ੍ਰਿੰਸੀਪਲ ਤੇਜਾ ਸਿੰਘ, ਪੰਜਾਬੀ ਦਾ ਪ੍ਰਮੁੱਖ ਸ਼ੈਲੀਕਾਰ ਹੈ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਆ ਉਵੇਂ ਪ੍ਰਿੰਸੀਪਲ ਤੇਜਾ ਸਿੰਘ ਆ। ਲਓ ਜੀ, ਪ੍ਰਿੰਸੀਪਲ ਤੇਜਾ ਸਿੰਘ ਬਾਰੇ ਗੱਲ ਕਰਾਂਗੇ ਅਗਲੀ ਜਮਾਤ ਦੇ ਵਿੱਚ। ਮਿਲਦੇ ਆ ਜਲਦੀ, ਰੱਬ ਰਾਖਾ।